ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ ਸ਼੍ਰੀ ਗੁਰ ਰਾਮਦਾਸ ਗੁਣ ਗਾਵਾ ਸ਼੍ਰੀ ਅਰਜਨ ਬਿਘਨ ਨ ਕੇ ਨਾਸ਼ਕ ਬਿਘਨ ਨ ਕੇ ਨਾਸ਼ਕ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਵਾਹਿਗੁਰੂ ਸਾਹਿਬ ਜੀਓ ਦੋਹਰਾ ਨਿਤ ਕਾਰੀਗਰ ਚਿੰਤ ਹੈ ਸ਼੍ਰੀ ਹਰਿਮੰਦਰ ਚਾਰ ਸ਼੍ਰੀ ਅਰਜਨ ਸਿੱਖਨ ਸਹਿਤ ਆਨੰਦ ਬਿਲੰਦ ਨਿਹਾਰ
ਨਿਤ ਕਾਰੀਗਰ ਚਿਨਤ ਹੈ। ਸ਼੍ਰੀ ਹਰਿਮੰਦਰ ਚਾਰ, ਸ਼੍ਰੀ ਅਰਜਨ ਸਿੱਖਨ ਸਹਿਤ, ਆਨੰਦ ਬਿਲੰਦ ਨਿਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ, ਜਾਹਰਾ ਜਹੂਰ, ਦੀਨਾ ਬੰਧੂ, ਭਗਤ ਵਛਲ, ਗੁਰੂ ਗਰੀਬ ਨਵਾਜ, ਨੇਚਲ ਚੌਰ ਛਤਰ ਤਖਤ ਕੇ ਮਾਲਕ, 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਰੂਪ, ਧੰਨ ਧੰਨ ਸਾਹਿਬ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਸੰਧਿਆ ਸਮੇਂ ਦੇ ਸਜ ਰਹੇ ਦੀਵਾਨ ਅੰਦਰ ਸਤਿਗੁਰਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਆਪਾਂ ਆਪਣਿਆਂ ਨੇਤਰਾਂ ਨੂੰ ਸਫਲਿਆਂ ਬਣਾ ਰਹੇ ਹਾਂ। ਸਤਿਗੁਰਾਂ ਦੀ ਮਹਾਨ ਕਿਰਪਾ ਦੇ ਸਦਕਾ ਸਾਧ ਸੰਗਤ ਦੀਆਂ ਪਾਵਨ ਪਵਿੱਤਰ ਘੜੀਆਂ ਦਾ ਆਨੰਦ ਇਹਨਾਂ ਪਵਿੱਤਰ ਘੜੀਆਂ ਦਾ ਸੁੱਖ ਮਾਣਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਪਿਛਲੇ ਸਮੇਂ ਤੋਂ ਗੁਰੂ ਦਰਬਾਰ ਅੰਦਰ ਚੱਲ ਰਹੀ ਲੜੀਵਾਰ ਰੂਪ ਅੰਦਰ ਗੁਰ ਇਤਿਹਾਸ ਦੀ ਅੰਮ੍ਰਿਤ ਰੂਪ ਗਾਥਾ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਅੰਦਰ ਜਿਵੇਂ ਜਿਵੇਂ ਬੜੇ ਸੋਹਣੇ ਸੁਚੱਜੇ ਸੁੰਦਰ ਢੰਗ ਦੇ ਨਾਲ ਕਵੀ ਰਾਜ ਕਵੀ ਸੰਤੋਖ ਸਿੰਘ ਸਾਹਿਬ ਦੀਆਂ 10 ਪਾਤਸ਼ਾਹੀਆਂ ਦੀ ਸਿਫਤ ਸ਼ਲਾਘਾ ਲਿਖੀ ਹੈ। ਆਪਾਂ 5ਵੇਂ ਪਾਤਸ਼ਾਹ ਸ਼ਾਂਤੀ ਕੇ ਪੁੰਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਪਾਵਨ ਪਵਿੱਤਰ ਇਤਿਹਾਸ ਜੀਵਨ ਕੌਤਕ ਪੜ੍ਹ ਵਿਚਾਰ ਰਹੇ ਹਾਂ। ਪਿਛਲੇ ਦੀਵਾਨ ਵਿੱਚ ਜਥਾ ਪ੍ਰਸੰਗ ਆਪਾਂ ਸੁਣਿਆ ਵਿਚਾਰਿਆ ਹੈ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨੇ ਜੀਵਾਂ ਦੇ ਕਲਿਆਣ ਹਿਤ ਸੁੰਦਰ ਅੰਮ੍ਰਿਤ ਸਰੋਵਰ ਦੀ ਸਥਾਪਨਾ ਕੀਤੀ ਤੇ ਜਿਸ ਦੇ ਵਿਚਕਾਰ ਹਰੀ ਪਰਮੇਸ਼ਰ ਪ੍ਰਭੂ ਦਾ ਮੰਦਰ ਉਸਾਰਨਾ ਕੀਤਾ। ਇੱਥੇ ਜਿਨ੍ਹਾਂ ਜਿਨ੍ਹਾਂ ਸਿੱਖਾਂ ਗੁਰਮੁਖਾਂ ਪ੍ਰੇਮੀਆਂ ਸੇਵਾ ਕੀਤੀ ਉਹਨਾਂ ਨੂੰ ਮਹਾਰਾਜ ਦੀਆਂ ਵੱਡੀਆਂ ਉੱਚੀਆਂ ਪਦਵੀਆਂ ਵੀ ਬਖਸ਼ਿਸ਼ ਕੀਤੀਆਂ। ਕੱਲ ਗੁਰੂ ਘਰ ਦੇ ਜਿਹੜੇ ਮਸੰਦ ਸਨ, ਜਿਹੜੇ ਬਾਹਰੋਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਨੂੰ ਗੁਰੂ ਘਰ ਨਾਲ ਜੋੜ ਕੇ ਰੱਖਦੇ ਤੇ ਸਤਿਗੁਰਾਂ ਦੇ ਦਰ ਘਰ ਵਿੱਚ ਚੱਲ ਰਹੀ ਸੇਵਾ ਵਾਸਤੇ ਸੰਗਤਾਂ ਤੋਂ ਮਾਇਆ ਉਗਰਾ ਕੇ ਸਤਿਗੁਰਾਂ ਦੇ ਚਰਨੀ ਹਾਜ਼ਰ ਕਰਦੇ ਰਹੇ। ਉਹਨਾਂ ਵਿੱਚ ਭਾਈ ਸਾਹਿਬ ਭਾਈ ਲੰਗਾ ਜੀ, ਭਾਈ ਲਾਲ ਜੀ, ਪੱਟੀ ਪਿੰਡ ਸ਼ਹਿਰ ਜਿਹੜਾ ਮਾਝੇ ਵਿੱਚ, ਇੱਥੋਂ ਦੇ ਰਹਿਣ ਵਾਲੇ ਮਹਾਰਾਜ ਦੇ ਚਰਨੀ ਨਮਸਕਾਰਾਂ ਕਰਦੇ ਤੇ ਸਤਿਗੁਰਾਂ ਦੇ ਮੁਖੋਂ ਸੁਣ ਕੇ ਕਿ ਇਸ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਸੇਵਾ ਦਾ ਬੜਾ ਮਹਾਤਮ ਹੈ, ਹਰਿਮੰਦਰ ਸਾਹਿਬ ਦੇ ਦਰਸ਼ਨਾਂ ਦਾ ਵੱਡਾ ਫਲ ਹੈ। ਸੁਣ ਸੁਣ ਕੇ ਮਹਾਰਾਜ ਤੋਂ ਇਹ ਵੀ ਗੁਰੂ ਘਰ ਦੀ ਸੇਵਾ ਵਿੱਚ ਲੱਗਦੇ ਕਈ ਮਹੀਨੇ ਸੇਵਾ ਕਰਦੇ। ਯਾਨੀ ਕਿ ਮਹਾਰਾਜ ਨੇ ਇਹ ਇਤਿਹਾਸ ਵਿੱਚ ਜਣਾਇਆ ਹੈ ਵੀ ਜ਼ਰੂਰੀ ਨਹੀਂ ਕਿ ਸੇਵਾ ਕਾਮ ਸਧਾਰਨ ਸਿੱਖ ਕਰੇ। ਜਿਹੜੇ ਗੁਰੂ ਘਰ ਦੇ ਕੋ ਮੋਹਰੀ ਹੈ ਨਾ, ਪ੍ਰਬੰਧ ਚਲਾਉਣ ਵਾਲੇ, ਉਹਨਾਂ ਦਾ ਵੀ ਹੱਕ ਪੂਰਾ ਹੈ,
ਫਰਜ਼ ਬਣਦਾ, ਅਧਿਕਾਰ ਹੈ ਵੀ ਸੇਵਾ ਕਰਨ। ਕਿਉਂਕਿ ਬਾਹਰੋਂ ਉਗਰਾਹੀ ਕਰਕੇ ਲਿਆਉਣੀ ਹੈ ਤਾਂ ਬਹੁਤ ਵੱਡੀ ਸੇਵਾ, ਪਰ ਜਿੰਨੀ ਸ਼ਕਤੀ, ਜਿੰਨਾ ਬਲ ਪਵੇ, ਉਹ ਗੁਰੂ ਘਰ ਵਿੱਚ ਵੀ ਰਹਿ ਕਰਕੇ ਕੁਝ ਨਾ ਕੁਝ ਸੇਵਾ ਜ਼ਰੂਰ ਕਰਨ ਦੂਜੀਆਂ ਸੰਗਤਾਂ ਵਾਂਗ, ਤਾਂ ਕਿ ਹੰਕਾਰ ਨਾ ਆਵੇ। ਕਿਉਂਕਿ ਸੇਵਾ ਜਿਹੜੀ ਸਾਧ ਸੰਗ ਦੀ ਹੰਕਾਰ ਦਾ ਨਾਸ਼ ਕਰਦੀ ਹੈ। ਮਨ ਦੀ ਮੈਲ ਜਿਹੜੀ ਹੈ ਨਾ, ਇਹ ਸੇਵਾ ਨਾਲ ਕੱਟੀ ਜਾਂਦੀ ਹੈ। ਇਸ ਤਰ੍ਹਾਂ ਦੇ ਸਿੱਖਾਂ ਦੇ ਪ੍ਰਸੰਗ ਸੁਣੇ ਤੇ ਭਾਈ ਪੈੜਾ ਜੀ, ਭਾਈ ਕੰਦੂ ਜੀ ਵਰਗੇ ਸਿੱਖ ਵੀ ਮਹਾਰਾਜ ਦੇ ਹਾਜ਼ਰੀਆਂ ਭਰਦੇ ਰਹੇ। ਇਸ ਤੋਂ ਇਲਾਵਾ ਬੇਅੰਤ ਭਾਈ ਡਰੌਲੀ ਦੇ ਰਹਿਣ ਵਾਲੇ ਜਿਹੜੇ ਸਿੱਖ, ਭਾਈ ਅਜਬ ਜੀ, ਭਾਈ ਅਜਾਇਬ ਜੀ, ਭਾਈ ਉਮਰਾ ਜੀ, ਮਹਾਰਾਜ ਦੀ ਸੋਭਾ ਸੁਣ ਕੇ ਇਹ ਦਸਵੰਧ ਲੈ ਕਰਕੇ ਤੇ ਅੰਮ੍ਰਿਤਸਰ ਸਾਹਿਬ ਪਹੁੰਚੇ ਸੀ। ਸੱਚੇ ਪਾਤਸ਼ਾਹ ਜੀਆਂ ਨੇ ਇਹਨਾਂ ਨੂੰ ਪੁੱਛਿਆ ਵੀ ਗੁਰੂ ਘਰ ਦੀ ਜਿਹੜੀ ਮਾਇਆ ਹੈ, ਇਹਨੂੰ ਤੁਸੀਂ ਕਿਵੇਂ ਕਰਕੇ ਜਾਣਦੇ ਹੋ? ਇਹਨਾਂ ਆਖਿਆ, ਮਹਾਰਾਜ ਵੀ ਗੁਰੂ ਘਰ ਦੀ ਮਾਇਆ ਨੂੰ ਅਸੀਂ ਜ਼ਹਿਰ ਕਰਕੇ ਜਾਣਦੇ ਹਾਂ। ਵੀ ਜ਼ਹਿਰ ਕਰਕੇ ਇਸ ਤਰ੍ਹਾਂ ਜਾਣਦੇ ਹਾਂ ਵੀ ਅਸੀਂ ਚਾਹੁੰਦੇ ਹਾਂ ਵੀ ਇਹ ਸੋਚਦੇ ਹਾਂ, ਸਮਝਦੇ ਹਾਂ ਵੀ ਇਹ ਜ਼ਹਿਰ ਹੈ ਸੰਗਤ ਦੀ ਮਾਇਆ ਨਾ ਜਿਹੜੀ। ਜੇ ਤਾਂ ਗੁਰੂ ਘਰੇ ਲੱਗੇ ਤੇ ਅੰਮ੍ਰਿਤ ਹੈ, ਤੇ ਜੇ ਅਸੀਂ ਇਹਨੂੰ ਆਪਦੇ ਘਰ ਵਿੱਚ ਵਰਤੀਏ ਤੇ ਜ਼ਹਿਰ ਆ। ਧੰਨ ਸਨ ਇਹੋ ਜਿਹੇ ਸਿੱਖ। ਸੁਣ ਕੇ ਮਹਾਰਾਜ ਨੇ ਬੜੀ ਖੁਸ਼ੀ ਕੀਤੀ। ਆਖਿਆ, ਜੇ ਗੁਰੂ ਘਰ ਦੀ ਇਸ ਤਰ੍ਹਾਂ ਸੇਵਾ ਕਰੋਗੇ ਨਾ ਇਮਾਨਦਾਰੀ ਨਾਲ, ਤੇ ਗੁਰੂ ਘਰ ਕੀ ਮਾਇਆ ਨੂੰ, ਸੰਗਤਾਂ ਦੀ ਮਾਇਆ ਨੂੰ ਸੰਗਤ ਦੀ ਮਾਇਆ ਸਮਝੋਗੇ, ਆਪਦੀ ਨਾ ਸਮਝੋਗੇ, ਤੇ ਤੁਹਾਨੂੰ ਦੋਹੇ ਜਹਾਨੇ ਸੁੱਖ ਮਿਲੇਗਾ। ਇਸ ਤਰ੍ਹਾਂ ਦੇ ਪ੍ਰਸੰਗ ਜਿਹੜੇ ਆਪਾਂ ਸੁਣੇ ਕੁਝ। ਤੇ ਅੱਗੇ ਸਾਧ ਸੰਗਤ ਜੀ ਫਿਰ ਹਰਿਮੰਦਰ ਸਾਹਿਬ ਦਾ ਪਾਵਨ ਸਥਾਨ ਜਦੋਂ ਬਣਨਾ ਆਰੰਭ ਹੋਇਆ, ਕਿਵੇਂ ਦਰਵਾਜ਼ੇ ਕਿੱਧਰ ਨੂੰ, ਉਹਦਾ ਨਕਸ਼ਾ ਕੀ ਹੈ, ਹੁਣ ਤੀਕਰ ਜਿਵੇਂ ਆਪਾਂ ਦਰਸ਼ਨ ਕਰਦੇ ਹਾਂ, ਦੂਹਰੀਆਂ ਛੱਤਾਂ, ਵਿਚਕਾਰਲੀ ਛੱਤ ਦਾ ਇੱਕ ਹੋਣਾ, ਹਰ ਕੀ ਪੌੜੀ ਪੂਰਬ ਵਾਲੇ ਪਾਸੇ, ਤੇ ਪੱਛਮ ਵੱਲੋਂ ਪੁਲ ਆਉਣਾ, ਦਰਸ਼ਨੀ ਡਿਉੜੀ ਬਣੀ। ਇਹ ਕਿਵੇਂ ਸਾਰਾ ਬੜਾ ਖੁੱਲ੍ਹ ਕੇ ਕਵੀ ਜੀਆਂ ਲਿਖਿਆ ਵੀ ਕਿੱਥੋਂ ਕਿਹੜੀਆਂ ਵਸਤੂਆਂ, ਕਿਵੇਂ ਦਰੀਚੀਆਂ ਬਣੀਆਂ, ਕਿੱਥੇ ਕਿੰਨੀਆਂ ਦਰੀਚੀਆਂ ਹਨ। ਉਹ ਸਾਰਾ ਸੋਹਣਾ ਹਰਿਮੰਦਰ ਸਾਹਿਬ ਦਾ ਅੰਦਰਲਾ ਨਕਸ਼ਾ, ਹਰਿਮੰਦਰ ਸਾਹਿਬ ਦੇ ਅੰਦਰਲੇ ਦਰਸ਼ਨ, ਸ਼ਰਵਣ ਦਰਸ਼ਨ ਅੱਜ ਕਵੀ ਜੀ ਕਰਾਉਣਗੇ ਸ਼ਬਦਾਂ ਦੁਆਰਾ। ਤੇ ਜੇ ਕੋਈ ਇਹਨੂੰ ਬਿਰਤੀ ਇਕਾਗਰ ਕਰਕੇ ਸੁਣੇਗਾ ਤੇ ਇਸ ਤਰ੍ਹਾਂ ਲੱਗੇਗਾ ਵੀ ਅਸੀਂ ਹਰਿਮੰਦਰ ਸਾਹਿਬ ਦੇ ਅੰਦਰ ਬੈਠੇ ਹੋਏ ਤੇ ਹਰਿਮੰਦਰ ਸਾਹਿਬ ਦੀ ਪਵਿੱਤਰ ਮੁਕੱਦਸ ਇਮਾਰਤ ਵੇਖ ਰਹੇ ਹਾਂ। ਸਭ ਕੁਝ ਇੱਥੋਂ ਹੀ ਦਿਸ ਜਾਂਦਾ, ਕਿਉਂਕਿ ਬਾ ਕਮਾਲ ਲਿਖਤ ਹੈ ਕਵੀ ਸਾਹਿਬ ਜੀਆਂ ਦੀ। ਚਿੱਤ ਬਿਰਤੀ ਇਕਾਗਰ ਕਰੋ ਜੀ। ਅੱਗੇ ਪ੍ਰਸੰਗ ਸੁਣੀਏ ਹਰਿਮੰਦਰ ਸਾਹਿਬ ਦਾ। ਗਰੀਬ ਨਵਾਜ ਨੂੰ ਹਿਰਦੇ ਵਸਾਓ, ਰਸਨਾ ਕਰੋ ਪਵਿੱਤਰ ਆਖੋ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀਓ ਦੋਹਰਾ ਨਿਤ ਕਾਰੀਗਰ ਚਿਨਤ ਹੈ। ਤੋ ਕਵੀ ਜੀ ਅੱਗੇ ਲਿਖਦੇ ਹੈ, ਹਰਿਮੰਦਰ ਸਾਹਿਬ ਦਾ ਪਾਵਨ ਪਵਿੱਤਰ ਸਥਾਨ ਬਣਨਾ ਸ਼ੁਰੂ ਹੋਇਆ ਤੇ ਨਿਤਾ ਪ੍ਰਤੀ ਜਿੰਨੇ ਕਾਰੀਗਰ ਹੈ ਉਹ ਇਸ ਦੀ ਚਨਾਈ ਕਰਦੇ ਹਨ। ਸ਼੍ਰੀ ਹਰਿਮੰਦਰ ਚਾਰ ਇਹ ਸੁੰਦਰ ਪਾਵਨ ਪਵਿੱਤਰ ਹਰਿਮੰਦਰ ਸਾਹਿਬ ਦਾ ਸਥਾਨ ਬਣ ਰਿਹਾ ਹੈ। ਸ਼੍ਰੀ ਅਰਜਨ ਸਿੱਖਨ ਸਹਿਤ ਇਧਰ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਰਿਆਂ ਸਿੱਖਾਂ ਦੇ ਸਮੇਤ ਆਨੰਦ ਬਿਲੰਦ ਨਿਹਾਰ ਤੇ ਵੇਖ ਰਹੇ ਹੈ ਤੇ ਬੜਾ ਬਿਲੰਦ ਕੀਏ, ਡਾਢਾ ਹੀ ਆਨੰਦ ਪ੍ਰਾਪਤ ਹੋ ਰਿਹਾ ਸਿੱਖਾਂ ਨੂੰ ਤੇ ਮਹਾਰਾਜ ਦੇ ਦਰਸ਼ਨ ਕਰ ਕਰਕੇ ਬੜਾ ਆਨੰਦ ਹੋ ਰਿਹਾ ਹੈ। ਚੌਪਈ ਚਾਹਾਂ ਦਿਸ਼ ਬਣੀ ਸੁਪਾਨ ਚਕੋਰ। ਕਿਉਂਕਿ ਸਰੋਵਰ ਬਣ ਚੁੱਕਾ ਹੈ
ਸਰੋਵਰ ਦੇ ਚਾਰ ਚਫੇਰੇ ਸੋਹਣੀਆਂ ਪੌੜੀਆਂ ਬਣ ਚੁੱਕੀਆਂ ਹਨ ਸੁੰਦਰ ਬਣਿਓ ਦਰਸ਼ਨੀ ਪਾਰ। ਤੇ ਦਰਸ਼ਨੀ ਦਰਵਾਜ਼ਾ ਸੋਹਣਾ ਉੱਚਾ ਬਣ ਚੁੱਕਾ ਹੈ। ਸਰ ਅੰਦਰ ਪੁਲ ਰਚਿਓ ਵਿਸਾਲ। ਭਾਵ ਦਰਸ਼ਨੀ ਡਿਉੜੀ ਬਣ ਚੁੱਕੀ ਹੈ, ਸਰੋਵਰ ਪੂਰਾ ਬਣ ਚੁੱਕਾ ਹੈ ਤੇ ਸਰ ਅੰਦਰ ਪੁਲ ਰਚਿਓ ਵਿਸਾਲ। ਲੰਮਾ ਪੁਲ ਜਿਹੜਾ ਖਾਲਸਾ ਜੀ ਇਹ ਸਰੋਵਰ ਦੇ ਵਿਚਕਾਰ ਜਾਂਦਾ ਹੈ ਹਰਿਮੰਦਰ ਸਾਹਿਬ ਦੇ ਸਥਾਨ ਨੂੰ। ਜਹ ਕੋ ਆਏ ਜਾਏ ਨਰ ਜਾਲ। ਤੇ ਜਿੱਥੋਂ ਕਿੱਥੋਂ ਦੇ ਮਨੁੱਖ ਆ ਜਾ ਰਹੇ ਹੈ, ਭਾਵ ਹਰਿਮੰਦਰ ਸਾਹਿਬ ਦੀ ਸੇਵਾ ਵਿੱਚ ਲੱਗੇ ਹੈ, ਇਹ ਪੁਲ ਦੇ ਰਾਹੀਂ ਹਰਿਮੰਦਰ ਸਾਹਿਬ ਪਹੁੰਚਦੇ ਹਨ। ਜਹਾਂ ਦਿਸ਼ ਤੇ ਮਿਨਤੀ ਕਰ ਸਾਰੀ। ਜਿਹੜੇ ਕਾਰੀਗਰ ਹੈ ਇਹਨਾਂ ਨੇ ਚਾਰ ਚਫੇਰਿਓਂ ਅੰਦਰੋਂ ਸਾਰੀ ਇਹਦੀ ਮਿਣਤੀ ਕਰਕੇ ਸੋਹਣੀ ਤਰ੍ਹਾਂ ਕੁਰਸੀ ਸਰ ਤੇ ਉਰਦ ਉਸਾਰੀ। ਤੇ ਜਿਹੜਾ ਕੁਰਸੀ ਕਹੀਏ ਥੜਾ ਹੈ ਨਾ ਹਰਿਮੰਦਰ ਸਾਹਿਬ ਦਾ, ਜਿਵੇਂ ਹੁਣ ਫਰਸ਼ ਹੈ ਜਿਹੜਾ ਇਹ ਸਰੋਵਰ ਤੋਂ ਉੱਚਾ ਕੱਢ ਦਿੱਤਾ, ਭਾਵ ਸਰੋਵਰ ਦੇ ਪਾਣੀ ਤੋਂ, ਪਾਣੀ ਦੇ ਲੈਵਲ ਤੋਂ ਹਰਿਮੰਦਰ ਸਾਹਿਬ ਦਾ ਥੜਾ ਸਾਹਿਬ ਵਿਚਕਾਰਲਾ ਸਾਧ ਸੰਗਤ ਜੀ ਫਰਸ਼ ਉੱਚਾ ਹੈ। ਜਾਂ ਕਹੋ ਵੀ ਜਿਹੜੀਆਂ ਪਰਿਕਰਮਾ ਨੇ ਨਾ ਸਰੋਵਰ ਦੇ ਉਦਾਲੇ, ਇਹਨਾਂ ਪਰਿਕਰਮਾ ਦੇ ਨਾਲੋਂ ਹਰਿਮੰਦਰ ਸਾਹਿਬ ਦਾ ਫਰਸ਼ ਅੰਦਰਲਾ ਉੱਚਾ ਹੈ। ਤਾਂ ਹੀ ਹੈ ਨਾ ਵੀ ਜਲ ਵੱਧ ਭਰ ਜਾਂਦਾ, ਭਰ ਵੀ ਜਾਵੇ ਤੇ ਹਰਿਮੰਦਰ ਸਾਹਿਬ ਵਿਚਕਾਰਲਾ ਥਾਂ ਉੱਚਾ ਹੀ ਹੈ 2-2.5 ਫੁੱਟ ਵਿੱਚ, ਉੱਥੋਂ ਦਿਸਦਾ ਹੀ ਹੈ ਜਦੋਂ ਆਪਾਂ ਜਾਂਦੇ ਹਾਂ ਪੁਲ ਦੇ ਉੱਤੋਂ ਦੀ। ਤੇ ਮਿਣਤੀ ਸਾਰੀ ਕਰਕੇ ਹਰਿਮੰਦਰ ਸਾਹਿਬ ਦਾ ਪਵਿੱਤਰ ਅੰਦਰਲਾ ਜਿਹੜਾ ਥੱਲੇ ਵਾਲਾ ਥੜਾ ਫਰਸ਼ ਹੈ, ਕੁਰਸੀ ਕਹੋ ਉਹਨੂੰ, ਉਹ ਕਾਰੀਗਰਾਂ ਨੇ ਸਰੋਵਰ ਦੇ ਜਾਂ ਜਲ ਦੇ ਲੈਵਲ ਤੋਂ ਉੱਚਾ ਕੀਤਾ ਰੱਖਿਆ ਹੈ। ਚਾਰ ਕੋਣ ਜੁਤ ਭਲੇ ਬਣਾਏ। ਤੇ ਚਾਰ ਜਿਹੜੇ ਕੋਨੇ ਆ ਨਾ ਬੜੇ ਸੋਹਣੇ ਸੁੰਦਰ ਬਣਾ ਦਿੱਤੇ, ਗੁੱਠਾਂ ਕੱਢ ਦਿੱਤੀਆਂ ਹਨ। ਪੂਰਬ ਦਿਸ਼ ਹਰ ਪੌੜ ਰਖਾਏ। ਤੇ ਹਰਿਮੰਦਰ ਸਾਹਿਬ ਦੇ ਪੂਰਬ ਵਾਲੇ ਪਾਸੇ, ਸੱਚਖੰਡ ਦੇ ਚੜ੍ਹਦੇ ਵਾਲੇ ਪਾਸੇ ਹਰ ਕੀ ਪੌੜੀ ਸਥਾਨ, ਜਿੱਥੇ ਹਰੀ ਪਰਮੇਸ਼ਰ ਨੇ ਟੱਪ ਲਾਇਆ, ਉਹ ਸਥਾਨ ਬਣਵਾ ਦਿੱਤਾ, ਬਣ ਰਿਹਾ ਹੈ। ਭਾਵ ਜਿੱਥੇ ਸਾਧ ਸੰਗਤ ਜੀ ਦਰਸ਼ਨ ਕਰਨ ਤੋਂ ਬਾਅਦ ਆਪਾਂ ਜਾਂਦੇ ਹਾਂ ਮਗਰਲੇ ਪਾਸੇ ਚੁਲਾ ਛਕਦੇ ਹਾਂ, ਉਹ ਹਰ ਕੀ ਪੌੜੀ ਵਾਲਾ ਸਥਾਨ ਆਖੀਦਾ। ਹਰ ਕੀ ਪੌੜੀ ਵਾਲਾ ਸਥਾਨ ਸੁੰਦਰ ਬਣਵਾਇਆ ਹੈ, ਬਣ ਰਿਹਾ ਹੈ। ਪਰ ਦਛਨਾ ਦੇਬੇ ਕੇ ਕਾਰਨ। ਤੇ ਹੌਲੀ ਹੌਲੀ ਫਿਰ ਜਿਹੜੀਆਂ ਪ੍ਰਦਖਣਾ ਦਿੱਤੀਆਂ ਹਨ, ਪ੍ਰਦਸ਼ਣਾ ਭਾਵ ਪ੍ਰਕਰਮਾਂ ਚਫੇਰੇ ਨਹੀਂ ਜਿਹੜੀਆਂ, ਹਰਿਮੰਦਰ ਸਾਹਿਬ ਦੇ ਅੰਦਰੋਂ ਦਰਸ਼ਨ ਕਰਕੇ ਬਾਹਰ ਨਿਕਲੋ ਤੇ ਚਫੇਰੇ ਹਰਿਮੰਦਰ ਸਾਹਿਬ ਦੇ ਵੀ ਪ੍ਰਕਰਮਾ ਕੋਈ 4-5 ਫੁੱਟ ਦੀ ਪ੍ਰਕਰਮਾ ਹੈ ਘੇਰੇ ਚੌਗਿਰਦੇ ਹਰਿਮੰਦਰ ਸਾਹਿਬ ਪਾਵਨ ਸਥਾਨ ਦੀ, ਜਿੱਥੇ ਸੰਗਤ ਬੈਠੀ ਹੁੰਦੀ ਹੈ। ਹਰ ਕੀ ਪੌੜੀ ਵਾਲਾ ਸਥਾਨ ਤਾਂ ਛੱਤਿਆ ਹੋਇਆ ਨਾ ਉਦੋਂ ਤੋਂ, ਪਾਸੇ ਪਾਸੇ ਚਫੇਰੇ ਜਿਹੜੀਆਂ ਪ੍ਰਕਰਮਾਂ ਸੁੰਦਰ ਹਨ। ਕੁਰਸੀ ਪਰ ਥਲ ਰਾਖ ਸੁਧਾਰਨ। ਤੇ ਇਹ ਜਿਹੜਾ ਸੋਹਣਾ ਸਥਾਨ ਹੈ ਨਾ ਅੰਦਰ ਹਰਿਮੰਦਰ ਸਾਹਿਬ ਦਾ, ਉਹ ਵੀ ਸੋਹਣਾ ਸੁਧਾਰਿਆ ਹੋਇਆ ਸੁੰਦਰ ਬਣਾਇਆ ਹੈ। ਫਰਸ਼ ਲੈਵਲ ਜਿਹੜਾ ਉਹ ਉੱਚਾ ਰੱਖਿਆ ਹੈ ਸਰੋਵਰ ਦੇ ਲੈਵਲ ਦੇ ਨਾਲੋਂ, ਤੇ ਪਾਸੇ ਪ੍ਰਦਖਣਾ ਸੋਹਣੀਆਂ ਬਣਾਈਆਂ ਹਨ ਸਵਾਰ ਕੇ। ਮਿਨ ਚਾਹਾਂ ਦਿਸ਼ ਤੇ ਏਕ ਸਮਾਨ। ਤੇ ਥੋੜੀ ਜੀ ਥਾਂ ਅਗਲੇ ਪਾਸਿਓਂ ਵਧਾ ਕੇ ਰੱਖੀ, ਹਰ ਕੇ ਪੌੜ ਵਾਲੀ ਥਾਂ, ਹਰ ਕੀ ਪੌੜੀ ਵਾਲੀ ਥਾਂ, ਤੇ ਬੜੀ ਸੁੰਦਰ ਸਥਾਨ ਇਹ ਬਣ ਰਿਹਾ ਜਗ੍ਹਾ, ਸੋਧ ਕੇ ਬਣਾ ਰਹੇ। ਬਹੁਤ ਜਿਹੜੇ ਬਿਰਤੀ ਨਾਲ, ਧਿਆਨ ਨਾਲ, ਇਕਾਗਰਤਾ ਨਾਲ ਕਾਰੀਗਰ ਬਣਾਉਂਦੇ ਆ। ਤੇ ਚਾਰ ਚਫੇਰਿਓਂ ਮਿਣ ਕੇ ਇੱਕੋ ਜਿਹੀ ਹਰਿਮੰਦਰ ਰਚ ਲੀਨ ਮਹਾਨ। ਪਰਿਕਰਮਾ ਬਣੀ ਹੈ ਹਰਿਮੰਦਰ ਸਾਹਿਬ ਦਾ ਸੁੰਦਰ ਮਹਾਨ, ਇੱਕੋ ਜਿਹਾ ਮਿਣ ਕੇ ਰੱਖਿਆ ਜਾ ਰਿਹਾ ਹੈ, ਕਾਣੋਂ ਤੋਂ ਰਹਿਤ ਹੈ। ਚਾਹਾਂ ਦਰ ਪਰ ਕਰ ਕਰ ਇੱਕ ਛਾਤ। ਤੇ ਇਸ ਹਰਿਮੰਦਰ ਸਾਹਿਬ ਦੇ ਫਿਰ 4 ਦਰਵਾਜ਼ੇ ਰੱਖੇ ਮਹਾਰਾਜ ਨੇ ਰਖਵਾਏ ਹੈ, ਚਾਰੇ ਦਿਸ਼ਾਵਾਂ ਵੱਲ ਸੱਚਖੰਡ ਦੇ 4 ਦਰਵਾਜ਼ੇ। ਤੇ ਇਹਨਾਂ 4 ਦਰਵਾਜ਼ਿਆਂ ਦੇ ਉੱਪਰਲੇ ਪਾਸੇ ਛੱਤ ਬਣੀ ਹੋਈ, ਛੱਤ ਦਿੱਤੇ ਹਨ। ਕਰ ਹਰ ਪੌੜ ਛਾਤ ਤਿਸ ਭਾਂਤ। ਤੇ ਨਾਲ ਉਧਰੋਂ ਛੱਤ ਘਮਾਉਂਦੇ ਮਿਸਤਰੀ ਜਿਹੜੇ ਕਾਰੀਗਰ ਹੈ, ਤੇ ਹਰ ਕੀ ਪੌੜੀ ਵਾਲਾ ਥਾਂ ਵੀ ਛੱਤ ਦਿੱਤਾ ਹੈ। ਦੁਤੀ ਛਾਤ ਲੱਗ ਜਬ ਹੈ ਉਸਾਰਾ। ਤੇ ਉਸ ਤੋਂ ਬਾਅਦ ਫਿਰ ਦੂਜੀ ਛੱਤ ਸ਼ੁਰੂ ਕਰ ਦਿੱਤੀ। ਤੋ ਸਾਧ ਸੰਗਤ ਜੀ ਹਰਿਮੰਦਰ ਸਾਹਿਬ ਦੀ ਜਿੱਥੇ ਰਾਗੀ ਬੈਠਦੇ ਆ ਨਾ, ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ, ਇਹ ਛੱਤ ਇਹਦੀ ਇੱਕ ਹੀ ਛੱਤ ਹੈ, ਤਾਂ ਉੱਪਰ ਉੱਚੀ ਹੈ ਇੱਥੋਂ ਵਿਚਕਾਰੋਂ। ਤੇ ਇਹਦੇ ਚਫੇਰੇ ਜਿੱਥੇ ਦਰਵਾਜ਼ੇ ਹੈ, ਦਰਵਾਜ਼ਿਆਂ ਦੇ ਉੱਪਰ ਤਾਂ ਨੂੰ ਵੇਖੋ ਤੇ ਉੱਥੇ ਉੱਪਰ ਛੋਟੀ ਪਰਿਕਰਮਾ ਬਣੀ ਹੋਈ ਹੈ 3 ਕੁ ਫੁੱਟ
ਦੀ, ਜਿਵੇਂ ਇੱਕ ਮਨੁੱਖ ਬਹਿ ਜਾਂਦਾ ਤੇ ਵਿੱਚ ਲਾਂਘਾ ਬਚਿਆ ਰਹਿੰਦਾ, ਬਸ ਇੰਨਾ ਕੁ ਥਾਂ ਹੈ। ਜਦੋਂ ਆਪ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਅੰਦਰੋਂ ਬਾਹਰ ਨਿਕਲੀਏ, ਹਰ ਕੀ ਪੌੜੀ ਵਾਲੇ ਸਥਾਨ ਤੋਂ ਤਾਂ ਪੌੜੀਆਂ ਜਾਂਦੀਆਂ ਉਤਲੀ ਮੰਜ਼ਿਲ ਵੱਲ, ਤਾਂ ਉੱਤੇ ਚੜ੍ਹੋ ਤੇ ਕਰੋ ਦਰਸ਼ਨ, ਚਫੇਰੇ ਉਹਦੀ ਪਰਿਕਰਮਾ ਹੋਈ ਜਾਂਦੀ। ਥੱਲੇ ਸਰੂਪ ਹੈ, ਸਾਹਮਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਰਾਗੀ ਕੀਰਤਨ ਕਰਦੇ। ਇਹ ਜਿਹੜੀ ਛੱਤ ਵਿਚਕਾਰਲੀ ਹੈ, ਇਹ ਇੱਕੋ ਹੀ ਛੱਤ ਬਿਲਕੁਲ ਤਾਂ ਉੱਤੇ ਕੱਢੀ ਹੋਈ ਗੁੰਬਦ ਜਿੱਥੋਂ ਹੈ। ਤੇ ਇਸ ਤੋਂ ਇਲਾਵਾ ਇੱਕ ਛੋਟੀ ਛੱਤ ਭਾਵ ਕਿ ਉਹ ਵਾਧਰਾ ਬਣਾਇਆ ਹੋਇਆ ਪਰਿਕਰਮਾ ਵਾਸਤੇ। 3 ਕੁ ਫੁੱਟ ਚਫੇਰੇ ਚਫੇਰੇ ਅੰਦਰ ਬਾਹਰ ਘੁੰਮੀ ਜਾਂਦਾ ਉੱਪਰਲੇ ਪਾਸੇ, 4 ਦਰਵਾਜ਼ੇ ਉੱਪਰਲੇ ਪਾਸੇ। ਤੋ ਇਸ ਤਰ੍ਹਾਂ ਸੋਹਣੀ ਛੱਤ ਇੱਕ ਘੁਮਾ ਕੇ ਕਾਰੀਗਰਾਂ ਛੱਤ ਬਣਾ ਕੇ ਸਾਰੀ, ਤੇ ਪਰਾਂ ਹਰ ਕੇ ਪੌੜ ਵਾਲੇ ਸਥਾਨ ਨੂੰ ਕੱਢ ਦਿੱਤੀ ਹੈ। ਹਰ ਕੇ ਪੌੜੀ ਵਾਲਾ ਸਥਾਨ ਵੀ ਛੱਤ ਦਿੱਤਾ ਹੈ ਪਹਿਲੀ ਛੱਤ ਨਾਲ। ਵਿੱਚ ਹਰਿਮੰਦਰ ਕੋ ਥਲ ਸਾਰਾ। ਤੇ ਜਦੋਂ ਛੱਤ ਬਣ ਗਈ ਤੇ ਵਿਚਕਾਰ ਜਿਹੜਾ ਹਰਿਮੰਦਰ ਸਾਹਿਬ ਦਾ ਪਾਵਨ ਸਥਾਨ ਹੈ, ਸਾਰਾ ਜਗ੍ਹਾ ਹੈ। ਭਈ ਚੁਗਰ ਦੇ ਦੋਏ ਦੋਏ ਛਾਤ। ਵੀ ਵਿਚਕਾਰ ਤਾਂ ਇੱਕੋ ਛੱਤ ਬਣ ਗਈ ਹਰਿਮੰਦਰ ਸਾਹਿਬ ਦੇ, ਤੇ ਇਹਦੇ 4 ਚਫੇਰੇ ਖਾਲਸਾ ਜੀ ਦੂਰੀ ਛੱਤ ਬਣ ਗਈ। ਭਾਵ ਇੱਕ ਛੱਤ ਵਿਚਕਾਰ ਤੇ ਇੱਕੋ ਹੀ ਉੱਚੀ ਛੱਤ ਜਿਹੜੀ ਹੈ, ਇੱਧਰ 2, ਇੱਕ ਪਾਸੇ ਪਰਿਕਰਮਾ ਵਾਲੀ ਤੇ ਉਧਰ ਇਹੀ ਛੱਤ ਘੁੰਮ ਕੇ ਪਰਾਂ ਫਿਰ ਹਰ ਕੀ ਪੌੜੀ ਵਾਲੇ ਸਥਾਨ ਤੇ ਪੂਰਬ ਵਾਲੇ ਪਾਸੇ ਚਲੀ ਜਾਂਦੀ ਹੈ। ਤੇ ਇਹਦੇ ਉੱਪਰ ਤੁਸੀਂ ਵੇਖੋਗੇ ਤਾਂ ਚੜ੍ਹ ਕੇ ਫਿਰ ਹਰ ਕੀ ਪੌੜੀ ਵਾਲੇ ਸਥਾਨ ਦੇ ਉੱਤੇ ਹੱਥ ਲਿਖਤ ਵੱਡੀ ਬੀੜ ਪ੍ਰਕਾਸ਼ ਹੈ, ਵੱਡਾ ਸਰੂਪ ਹੱਥ ਲਿਖਤ ਪ੍ਰਕਾਸ਼। ਉੱਥੇ ਅਖੰਡ ਪਾਠ ਸਾਹਿਬ ਚੱਲਦਾ ਰਹਿੰਦਾ ਇੱਕ। ਤੇ ਇਸ ਤਰ੍ਹਾਂ ਉੱਪਰਲੇ ਪਾਸੇ ਇੱਕ ਛੱਤ ਦਿੱਤੀ ਹੈ, ਦੂਰੀ ਛੱਤ ਹੋ ਜਾਣੀ ਹੈ ਜਿਹੜੀ ਹਰ ਕੇ ਪੌੜ ਵਾਲੇ ਸਥਾਨ ਤੇ ਹੈ। ਤੇ ਵਿਚਕਾਰ ਬਿਲਕੁਲ ਇੱਕ ਛੱਤ ਹੀ ਹੈ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੈ। ਕਰੀ ਬੀਚ ਤੇ ਏਕ ਸੁਹਾਤ। ਕਵੀ ਜੀ ਕਹਿੰਦੇ ਵਿਚਕਾਰੋਂ ਸੁਭਾਏ ਮਨ ਸੋਹਣੀ ਫਬ ਰਹੀ। ਵਿਚਕਾਰੋਂ ਇੱਕ ਛੱਤ ਹੀ ਹੈ ਜਿੱਥੇ ਪ੍ਰਕਾਸ਼ ਹੈ ਤੇ ਰਾਗੀ ਹੈ। ਹੋਰ 4 ਚਫੇਰੇ ਦੂਰੀ ਛੱਤ ਦਿੱਤੀ ਹੈ। ਉਪਰ ਤੇ ਪੁਨ ਸਮ ਕਰ ਦਿਓ। ਤੇ ਉੱਪਰੋਂ ਬਰਾਬਰ ਕੀਤੀ ਹੋਈ ਹੈ। ਭਾਵ ਵਿਚਕਾਰ ਇੱਕ ਛੱਤ ਹੈ ਤੇ ਜਿਹੜੀਆਂ ਪਰਿਕਰਮਾ ਪਾਸੇ ਚਫੇਰੇ ਬਣਾਈਆਂ ਹਨ ਦੂਸਰੀ ਮੰਜ਼ਿਲ ਤੇ, ਉਹ 2 ਛੱਤਾਂ ਹੋ ਗਈਆਂ। ਇੱਕ ਪਰਿਕਰਮਾ ਵਾਲਾ ਥਾਂ ਤੇ ਉਹ ਜਿਹੜਾ ਸਰੂਪ ਪ੍ਰਕਾਸ਼ ਹੈ ਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੱਥ ਲਿਖਤ ਵੱਡਾ ਸਰੂਪ ਜਿਹੜਾ ਪ੍ਰਕਾਸ਼ ਹੁੰਦਾ, ਉਹ ਸਰੂਪ ਉੱਥੇ ਪ੍ਰਕਾਸ਼ ਹੈ ਜਿੱਥੇ ਉਹ ਛੱਤ ਇੱਕ ਹੋ ਗਈ। ਤੇ ਵਿਚਕਾਰਲੇ ਪਾਸੇ ਉਹ ਛੱਤ ਤੋੜ ਇੱਕੋ ਜਿਹਦਾ ਉੱਪਰ ਤਾਂ ਛਤੌਤ ਹੋਈ ਹੈ। ਇੱਧਰ ਪਾਸੇ ਦੂਰੀ ਛੱਤ ਆ ਜਾਂਦੀ ਤੇ ਹਰਿਮੰਦਰ ਸਾਹਿਬ ਦੇ ਵਿਚਕਾਰ ਉੱਚੀ ਇੱਕ ਛੱਤ ਬਣਾ ਦਿੱਤੀ ਹੈ। ਏਕ ਛਾਤ 2 ਛਾਤ ਮਿਲਿਓ। ਤੇ ਜਿਹੜੀ ਇੱਕ ਛੱਤ ਹੈ ਨਾ ਉੱਚੀ ਰੱਖੀ ਹਰਿਮੰਦਰ ਸਾਹਿਬ ਦਾ ਵਿਚਕਾਰਲੇ ਜਿੱਥੇ ਪ੍ਰਕਾਸ਼ ਹੁੰਦਾ ਸਰੂਪ, ਉਹ ਛੱਤ ਦੂਜੀ ਛੱਤ ਨਾਲ ਮਿਲਾਈ ਹੋਈ ਹੈ। ਪਾਸੇ ਦੂਰੀ ਮੰਜ਼ਿਲ ਹੈ ਤੇ ਵਿਚਕਾਰ ਹਰਿਮੰਦਰ ਸਾਹਿਬ ਦੇ ਇੱਕੋ ਹੀ ਮੰਜ਼ਿਲ ਹੈ। ਤਿਮ ਹਰ ਪੌੜ ਦੁਛਾਤ ਜੋ ਹੋਈ। ਤੇ ਇਸ ਤਰ੍ਹਾਂ ਹਰ ਕੀ ਪੌੜੀ ਵਾਲਾ ਸਥਾਨ ਦੂਰੀ ਛੱਤ ਵਾਲਾ ਹੋ ਗਿਆ। ਥੱਲੇ ਹਰ ਕੀ ਪੌੜੀ ਜਿੱਥੇ ਚੁਲਾ ਸਕਦੇ ਹਾਂ ਆਪਾਂ, ਉੱਪਰ ਛੱਤ ਆ ਗਈ, ਉਹਦੇ ਉੱਪਰ ਵੱਡਾ ਸਰੂਪ ਪ੍ਰਕਾਸ਼ ਹੈ, ਉਹਦੇ ਉੱਪਰ ਫੇਰ ਛੱਤ ਪਈ ਹੋਈ ਹੈ। ਦੂਰੀ ਛੱਤ ਵਾਲਾ ਸਥਾਨ ਹੋ ਗਿਆ। ਹਰ ਕੀ ਪੌੜੀ ਵਾਲਾ ਸਥਾਨ ਛੱਤਿਆ ਗਿਆ ਤੇ ਉਹਦੇ ਉੱਪਰ ਇੱਕ ਹੋਰ ਮੰਜ਼ਿਲ ਬਣ ਗਈ ਹੈ। ਉੱਪਰ ਮਿਲਿਓ ਕੀਓ ਸਮ ਸੋਈ। ਤੇ ਜਿਹੜੀ ਉੱਪਰਲੀ ਅਖੀਰਲੀ ਛੱਤ ਹੈ ਨਾ, ਭਾਵ ਜਿੱਥੇ ਸਰੂਪ ਪ੍ਰਕਾਸ਼ ਹੁੰਦਾ ਹੈ, ਵੱਡਾ ਸਰੂਪ ਜਿਹੜਾ ਬੀੜ ਪ੍ਰਕਾਸ਼ ਹੁੰਦੀ ਹੈ, ਉਹ ਸਰੂਪ ਹਰ ਕੀ ਪੌੜੀ ਵਾਲੇ ਸਥਾਨ ਦੇ ਉੱਪਰਲੇ ਵਾਲੀ ਜਗ੍ਹਾ ਜਿਹੜੀ ਛੱਤੀ ਹੋਈ, ਉਹ ਉੱਪਰਲੀ ਛੱਤ ਇੱਕੋ ਬਣੀ ਹੋਈ ਹੈ। ਤਿਹੁ ਸਮਾਨ ਥਲ ਜਬਹਿ ਬਨਾਇਆ। ਤੇ ਇਸ ਤਰ੍ਹਾਂ ਦਾ ਸਥਾਨ ਜਦੋਂ ਬਣਾ ਦਿੱਤਾ ਹੈ ਸੁੰਦਰ, ਕਰਨ ਬੰਗਲਾ ਉਰਦ ਉਠਾਇਆ। ਤੇ ਫਿਰ ਗੁੰਬਦ ਬਣਾਉਣ ਵਾਸਤੇ ਜਿੱਥੇ ਵਿਚਕਾਰਲੀ ਛੱਤ ਹੈ ਉਹਨੂੰ ਉੱਚਾ ਚੁੱਕਿਆ ਜਾ ਰਿਹਾ। ਜਿੱਥੇ ਹੁਣ ਸਰੂਪ ਪ੍ਰਕਾਸ਼ ਹੁੰਦੇ ਨਾ, ਗੁਰੂ ਰਾਮਦਾਸ ਮਹਾਰਾਜ ਦਾ ਪਾਵਨ ਆਸਣ ਲੱਗਦਾ ਕੀਰਤਨ ਕਰਦੇ ਰਾਗੀ, ਇੱਥੋਂ ਜਿਹੜੀ ਸਿੱਧਾ ਉੱਪਰ ਨੂੰ ਜਿਹੜੀ ਵੱਡੀ ਛੱਤ ਹੈ, ਇਹਦੇ ਉੱਪਰਲੇ ਪਾਸੇ ਫਿਰ ਹੋਰ ਇੱਕ ਕਮਰਾ ਬਣਾਇਆ ਜਾ ਰਿਹਾ, ਕੰਧਾਂ ਕੱਢੀਆਂ ਜਾ ਰਹੀਆਂ ਤੇ ਉਹਦੇ ਉੱਪਰ ਗੁੰਬਦ ਬਣਨਾ ਹੈ। ਤੋ ਇਸ ਤਰ੍ਹਾਂ ਜਦੋਂ ਆਪ ਇਹ ਹਰ ਕੀ ਪੌੜੀ ਵਾਲੇ ਸਥਾਨ ਤੋਂ ਚੁਲਾ ਲੈ ਕੇ ਤਾਂ ਨੂੰ ਚੜ੍ਹ ਜਾਈਏ, ਉੱਪਰ ਪਰਿਕਰਮਾ ਆ ਗਈ ਛੋਟੀ, ਜਿੱਥੋਂ ਮਹਾਰਾਜ ਦੇ ਦਰਸ਼ਨ ਹੋਈ ਜਾਂਦੇ ਨਾਲ ਥੱਲੇ। ਤੇ ਇਸ ਪਾਸੇ ਚੜ੍ਹਦੇ ਵਾਲੇ ਪਾਸੇ ਥੋੜ੍ਹਾ ਮੁੜੋ ਤੇ ਉੱਥੇ ਵੱਡਾ ਸਰੂਪ ਪ੍ਰਕਾਸ਼ ਹੈ। ਇੱਥੋਂ ਦਰਸ਼ਨ ਕਰਕੇ ਫਿਰ ਹੋਰ ਨਾਲ ਦੀ ਪੌੜੀਆਂ, ਵੱਡਾ ਸਰੂਪ ਜਿੱਥੇ ਪ੍ਰਕਾਸ਼ ਹੈ ਉੱਥੇ ਨਾਲ ਫਿਰ ਪੌੜੀਆਂ ਜਾਂਦੀਆਂ ਹੋਰ ਉੱਪਰ ਨੂੰ, ਸਭ ਤੋਂ ਅਖੀਰਲੀ ਮੰਜ਼ਿਲ, ਉੱਥੇ ਵੀ ਇੱਕ ਸਰੂਪ ਪ੍ਰਕਾਸ਼ ਹੈ।
ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਪਵਿੱਤਰ ਪ੍ਰਕਾਸ਼ ਹੈ। ਉੱਥੇ ਵੀ ਲਹਿੰਦੇ ਵਾਲੇ ਪਾਸੇ ਮੂੰਹ 3 ਸਰੂਪ ਪ੍ਰਕਾਸ਼ ਹੈ ਇਕੱਲੇ ਹਰਿਮੰਦਰ ਸਾਹਿਬ ਦੇ ਵਿੱਚ। 3 ਮੰਜ਼ਲਾਂ ਬਣ ਗਈਆਂ। ਪਹਿਲੀ ਮੰਜ਼ਲ ਹੇਠਾਂ ਜਿੱਥੇ ਰਾਗੀ ਸੰਕੀਰਤਨ ਕਰਦੇ ਆ। ਉਸ ਤੋਂ ਬਾਅਦ ਹਰ ਕੀ ਪੌੜੀ ਵਾਲਾ ਸਥਾਨ ਜਿਹੜਾ ਉੱਥੇ ਚੁਲਾ ਛਕਿਆ ਜਾਂਦਾ, ਉਹ ਛੱਤਿਆ ਹੋਇਆ ਉੱਤੋਂ, ਅਤੇ ਉਹ ਛੱਤ ਹੇਠਾਂ ਹੀ ਪਾਈ ਹੋਣ ਕਰਕੇ ਉੱਥੇ ਇੱਕ ਹੋਰ ਮੰਜ਼ਲ ਬਣੀ ਹੋਣ ਕਰਕੇ ਵੱਡਾ ਸਰੂਪ ਪ੍ਰਕਾਸ਼ ਹੈ। ਉਸ ਵੱਡੇ ਸਰੂਪ ਤੋਂ ਹੋਰ ਇਹ ਮੰਜ਼ਿਲ ਉੱਪਰ ਲੰਘ ਜਾਈਏ, ਜਿਹੜੀ ਜਿੱਥੇ ਰਾਗੀ ਸਿੰਘ ਕੀਰਤਨ ਕਰਦੇ ਤੇ ਹੇਠਾਂ ਪ੍ਰਕਾਸ਼ਮਾਨ ਹੁੰਦਾ ਨਾ ਵੱਡੇ ਸਿੰਘਾਸਣ ਤੇ ਸੱਚੇ ਪਾਤਸ਼ਾਹ ਜੀ, ਇਹ ਛੱਤ ਜਿਹੜੀ ਸਭ ਤੋਂ ਉੱਪਰਲੀ, ਇਹਦੇ ਉੱਪਰ ਇੱਕ ਹੋਰ ਫਿਰ ਕਮਰਾ ਬਣਿਆ, ਉਹਦੇ ਵਿੱਚ ਵੀ ਸਰੂਪ ਪ੍ਰਕਾਸ਼, ਉੱਥੇ ਵੀ ਅਖੰਡ ਪਾਠ ਸਾਹਿਬ ਚੱਲਦਾ ਰਹਿੰਦਾ ਸਭ ਤੋਂ ਉੱਪਰਲੀ ਮੰਜ਼ਿਲ 'ਤੇ। ਉਹਦੇ ਉੱਪਰ ਫਿਰ ਗੁੰਬਦ ਆਉਂਦਾ। ਤੋ ਇਸ ਤਰ੍ਹਾਂ ਕਵੀ ਜੀ ਕਹਿੰਦੇ ਆ, ਹੁਣ ਛੱਤ ਵੱਡੀ ਦੇ ਜਿਹੜੀ ਸਭ ਤੋਂ ਇੱਕੋ ਛੱਤ ਬਣ ਗਈ ਉੱਪਰਲੀ, ਉਹਦੇ ਚਫੇਰੇ ਫਿਰ ਗੁੰਬਦ ਕੱਢਣ ਵਾਸਤੇ ਉੱਚਾ ਇੱਕ ਹੋਰ ਉੱਤੇ ਕਮਰਾ ਬਣਾਇਆ ਜਾ ਰਿਹਾ ਹੈ। ਡਾਲ ਮਸਾਲੇ ਮੋਲ ਬਿਸਾਲੇ, ਬੜੇ ਮਹਿੰਗੇ ਮੁੱਲ ਦੇ ਮਸਾਲੇ ਪਾ ਪਾ ਕੇ ਸੋਹਣੀਆਂ ਕੰਧਾਂ ਬਣ ਰਹੀਆਂ ਹਨ। ਚੂਨੋ ਸੂਖਮ ਪੀਸ ਖਰਾਲੇ, ਤੇ ਬੜਾ ਬਰੀਕ ਹੀ ਚੂਨਾ ਪੀਸਿਆ ਜਾ ਰਿਹਾ ਹੈ। ਸਿਰ ਪਰ ਧਰ ਧਰ ਲੈ ਕਰ ਜਾਵਹਿ, ਸੰਗਤਾਂ ਹੱਥੀਂ ਚੱਕੀਆਂ ਪੀ ਪੀ ਕੇ ਚੂਨਾ ਪੀਸਦੀਆਂ, ਸਿਰ ਤੇ ਰੱਖ ਰੱਖ ਕੇ ਬੱਠਲ ਟੋਕਰੇ ਢੋਂਦੀਆਂ ਹਨ। ਹਰਿਮੰਦਰ ਕੇ ਸ਼ਿਖਰ ਪੁਚਾਵਹਿ, ਤੇ ਹਰਿਮੰਦਰ ਸਾਹਿਬ ਦੇ ਸ਼ਿਖਰ ਤੇ ਪਹੁੰਚਾਉਂਦੇ ਜਿੱਥੇ ਗੁੰਬਦ ਬਣਨਾ ਹੈ। ਪਰ ਗੁੰਬਦ ਤੋਂ ਪਹਿਲਾਂ ਖਾਲਸਾ ਜੀ ਜਾਣ ਲਓ ਵੀ ਹਰਿਮੰਦਰ ਸਾਹਿਬ ਦੇ ਉਸ ਮੁੱਖ ਛੱਤ ਦੇ ਉੱਪਰ ਗੁੰਬਦ ਨਹੀਂ ਹੈ। ਮੁੱਖ ਛੱਤ ਦੇ ਉੱਪਰ ਇੱਕ ਹੋਰ ਕਮਰਾ ਬਣਿਆ ਹੋਇਆ, ਸਭ ਤੋਂ ਉੱਪਰ ਤੁਸੀਂ ਜਾਓ ਉੱਥੇ ਦਰਸ਼ਨ ਹੁੰਦੇ ਆ। ਉੱਥੇ ਸਰੂਪ ਪ੍ਰਕਾਸ਼ ਹੈ, ਉਹਦੇ ਉੱਪਰ ਗੁੰਬਦ ਬਣਿਆ ਹੋਇਆ। ਤੋ ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਘਰ ਬਣ ਰਿਹਾ। ਕਵੀ ਜੀ ਕਹਿੰਦੇ ਉੱਥੇ ਉੱਪਰ ਇੱਕ ਛੱਤ, ਮੁੱਖ ਛੱਤ ਦੇ ਉੱਪਰ ਇੱਕ ਸੁੰਦਰ ਇਮਾਰਤ ਬਣ ਰਹੀ, ਕਮਰਾ ਬਣ ਰਿਹਾ ਗੁੰਬਦ ਵਾਸਤੇ। ਘਰ ਹੈ ਈਂਟ ਕਾ ਤਰਹ ਬਨਾਈ, ਹਾਂ, ਜਿਹੜੇ ਕਾਰੀਗਰ ਹੈ ਇੱਟਾਂ ਘੜ ਘੜ ਕੇ ਸੋਹਣੀ ਤਰ੍ਹਾਂ ਕੰਧ ਕੱਢ ਰਹੇ ਹਨ, ਸੁੰਦਰ ਬਣਾ ਰਹੇ ਹੈ। ਪਾਵੇ ਚਾਰਹ ਉਰਦ ਉਠਾਈ, ਤੇ ਚਾਰੇ ਪਾਸਿਓਂ ਸੁੰਦਰ ਕੰਧਾਂ ਜਿਹੜੀਆਂ ਕੱਢ ਦਿੱਤੀਆਂ, ਪਾਵੇ ਉਠਾ ਦਿੱਤੇ ਹੈ। ਕਾਲ ਭੂਤ ਉਪਰ ਪਨ ਕਰੇ, ਤੇ ਜਦੋਂ ਉੱਪਰ ਉਹ ਇੱਕ ਉੱਪਰ ਵੀ ਕਮਰਾ ਪੂਰਾ ਬਣ ਗਿਆ, ਉਹ ਥੋੜ੍ਹਾ ਉੱਚਾ ਘੱਟ ਹੈ, ਉਹ ਜਿਵੇਂ ਕਰ ਲਓ 7 ਕੁ ਫੁੱਟ ਉੱਚਾ ਹੋਊ ਜਾਂ 8 ਫੁੱਟ ਉੱਚਾ ਹੋਊ। ਸਭ ਤੋਂ ਉੱਪਰਲੀ ਜਿਹੜੀ ਇਮਾਰਤ ਹੈ ਉਹ ਪਰ ਕੇ ਕੰਧਾਂ ਪੂਰੀਆਂ ਤੇ ਫਿਰ ਕਾਲਬ ਕਰ ਦਿੱਤਾ ਗਿਆ ਹੈ। ਚਾਰਹਾਂ ਦਰ ਚੂਨੇ ਜੁਤ ਜਰੇ, ਤੇ 4 ਦਰਵਾਜ਼ੇ ਉਹਦੇ ਵੀ ਖਾਲਸਾ ਜੀ 4 ਹੀ ਦਰਵਾਜ਼ੇ ਹੈ। ਸਭ ਤੋਂ ਉੱਪਰਲੀ ਇਮਾਰਤ ਤੇ ਚੜੋ, ਉਹਦੇ ਵੀ 4 ਦਰਵਾਜ਼ੇ ਕੀਤੇ ਹੋਏ ਹਨ। ਗੁੰਬਦ ਤੋਂ ਹੇਠਾਂ ਵਾਲਾ ਜਿਹੜੀ ਜਗ੍ਹਾ ਹੈ, ਪੁਨ ਉਪਰ ਕੋ ਮੰਡਪ ਹੋਏ, ਤੇ ਇਸ ਤਰ੍ਹਾਂ ਫਿਰ ਉੱਪਰ ਜਿਹੜਾ ਵਾ ਸੁੰਦਰ ਵਿਚਕਾਰਲਾ ਥਾਂ ਜਿਹੜਾ ਉੱਚਾ ਗੁੰਬਦ ਬਣ ਗਿਆ ਹੈ। ਕਾਲਬ ਕਰਕੇ ਉੱਤੇ ਗੁੰਬਦ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਚਾਹ ਖੂਟਨ ਚਾਹ ਕਲਸ ਪਰੋਏ, ਤੇ ਫਿਰ ਹਰਿਮੰਦਰ ਸਾਹਿਬ ਦੀ ਜਿਹੜੀ ਮੁੱਖ ਛੱਤ ਹੈ ਨਾ, ਉਹਦੇ ਚਾਰੇ ਪਾਸਿਆਂ ਤੇ 4 ਗੁੰਬਦ ਲੱਗੇ ਹੋਏ ਛੋਟੇ, ਚਾਰੇ ਗੁੱਠਾਂ ਤੇ ਚੁੰਡਾਂ ਤੇ 4 ਜਿਹੜੇ ਵੱਡੇ ਗੁੰਬਦ ਤੋਂ ਥੋੜੇ ਛੋਟੇ ਗੁੰਬਦ ਲੱਗੇ ਹੋਏ ਆ। ਲਾਗੋ ਲਾਗ ਕਲਸ ਚੌਗਰ ਦੇ ਕਰੇ, ਇਹ ਚਾਰੇ ਪਾਸੇ ਸੋਹਣੇ ਸੋਹਣੇ ਸੋਨੇ ਦੇ ਬਣੇ ਹੋਏ ਗੁੰਬਦ ਜਿਹੜੇ ਉਹ ਲਾ ਦਿੱਤੇ ਗਏ ਹਨ। ਚਾਮੀ ਕਰਕੇ ਦੀਪਤ ਖਰੇ, ਤੇ ਬੜੇ ਦਿਪਦੇ ਆ, ਪ੍ਰਗਟ ਸ਼ੋਭਾ ਪਾਉਂਦੇ ਆ, ਸੋਨੇ ਦੇ ਵਿੱਚ ਮੜੇ ਹੋਏ ਲਿਸ਼ਕਦੇ ਹਨ। ਉੱਚੋ ਕਲਸ ਵਿੱਚ ਕੋ ਹੋਵਾ, 4 ਸਾਧ ਸੰਗਤ ਜੀ ਗੁੰਬਦ ਹਰਿਮੰਦਰ ਸਾਹਿਬ ਦੇ ਛੋਟੇ ਆ ਜਿਹੜੇ ਚਾਰੇ ਗੁੱਠਾਂ ਤੇ ਆ, ਤੇ ਉਹਦੇ ਵਿਚਕਾਰ ਫਿਰ ਇੱਕ ਕਮਰਾ ਬਣਿਆ, ਉਹਦੇ ਉੱਪਰ ਵੱਡਾ ਗੁੰਬਦ ਸਾਰਿਆਂ ਤੋਂ ਉੱਚਾ ਦਿਸਦਾ ਹੈ। ਚਾਹਾਂ ਦਿਸ਼ ਦੂਰ ਦੂਰ ਲਗ ਜੋਵਾ, ਆ ਜਿਹੜਾ ਪਾਵਨ ਪਵਿੱਤਰ ਵੱਡਾ ਗੁੰਬਜ ਹੈ ਉਹ 4 ਚਫੇਰਿਆਂ ਤੋਂ ਦੂਰੋਂ ਦੂਰੋਂ ਸੁੰਦਰ ਦਿਸਦਾ ਹੈ। ਭਇਓ ਸਪੂਰਨ ਸ਼੍ਰੀ ਹਰਿਮੰਦਰ, ਤੋ ਕਵੀ ਜੀ ਕਹਿੰਦੇ ਭਾਈ ਇਸ ਤਰ੍ਹਾਂ ਕੁਝ ਮਹੀਨਿਆਂ ਦੇ ਵਿੱਚ ਹਰਿਮੰਦਰ ਸਾਹਿਬ ਦਾ ਪਾਵਨ ਪਵਿੱਤਰ ਸਥਾਨ ਬਣ ਕੇ ਸੰਪੂਰਨ ਹੋਇਆ ਹੈ। ਜਿਹ ਸਮ ਸਰਣਾ ਅਪਰ ਜਗ ਅੰਦਰ, ਤੇ ਜਿਸ ਦੇ ਸਦਰਸ ਸਾਰੇ ਸੰਸਾਰ ਦੇ ਵਿੱਚ ਹੋਰ ਕੋਈ ਸਥਾਨ ਨਹੀਂ, ਸਭ ਤੋਂ ਸੁੰਦਰ ਸ਼ੋਭਾ ਵਾਲਾ ਇਹ ਪਵਿੱਤਰ ਹਰਿਮੰਦਰ ਸਾਹਿਬ ਹੈ। ਮਧ ਛਾਤ ਚਾਹ ਦਿਸ਼ ਮਹਿ ਤਹਾਂ, ਹਾਂ, ਜਿਹੜੀ ਵਿਚਕਾਰਲੀ ਛੱਤ ਹੈ ਚਾਰੇ ਚਫੇਰੇ ਘੁੰਮੀ ਹੋਈ ਹੈ ਜਿਸ ਤਰ੍ਹਾਂ। ਰਚੀ ਦਰੀਚੀ ਸੁੰਦਰ ਮਹਾ, ਤੇ ਉਹਦੇ ਪਾਸੇ ਦਰੀਚੀਆਂ ਭਾਵ ਛੋਟੀਆਂ ਬਾਰੀਆਂ ਰੱਖੀਆਂ ਹੋਈਆਂ। ਜਿਹੜੀ ਸਾਧ ਸੰਗਤ ਦੀ ਵਿਚਕਾਰਲੀ ਛੱਤ ਹੈ ਨਾ,
ਜਿੱਥੋਂ ਸਰੂਪ ਦੇ ਤੇ ਰਾਗੀਆਂ ਸਿੰਘਾਂ ਦੇ ਹੇਠਾਂ ਦਰਸ਼ਨ ਹੁੰਦੇ ਆ, ਉਹ ਜਿਹੜੀ ਚਫੇਰੇ ਹਰਿਮੰਦਰ ਸਾਹਿਬ ਦੇ ਪਰਿਕਰਮਾ ਬਣੀ, ਉਹਦੇ ਵਿੱਚ ਬਾਰੀਆਂ ਰੱਖੀਆਂ ਹੋਈਆਂ, ਤਿੰਨ ਤਿੰਨ ਚਾਰ ਚਾਰ ਬਾਰੀਆਂ ਚਫੇਰੇ ਹੀ ਤੋ ਇਸ ਤਰ੍ਹਾਂ ਰੱਖੀਆਂ ਹੋਈਆਂ, ਦਰੀਚੀਆਂ ਬਣਾਈਆਂ ਹਨ। ਖਸ਼ਟ ਰੁਤਨ ਮਹਿ ਸਭ ਸੁਖਦਾਈ। ਤੇ ਸੁੰਦਰ ਜਿਹੜੀਆਂ ਬਾਰੀਆਂ ਕਰਕੇ ਨਾ ਹਰਿਮੰਦਰ ਸਾਹਿਬ ਦਾ ਸਥਾਨ 6 ਰੁੱਤਾਂ ਮੰਨੀਆਂ ਹੋਈਆਂ ਖਾਲਸਾ ਜੀ। ਸਿਸੁਰ ਹੈ, ਹਿਮ ਹੈ, ਪਤਝੜ ਹੈ, ਤੋ ਗਰੀਖਮ ਹੈ ਤੇ ਆਦਿਕ ਜਿਹੜੀਆਂ 6 ਰੁੱਤਾਂ ਮੰਨੀਆਂ ਭਾਰਤ ਵਰਸ਼ ਅੰਦਰ। 6ਾਂ ਦੀਆਂ 6 ਰੁੱਤਾਂ ਦੇ ਵਿੱਚ ਸੁਖਦਾਈ ਸਥਾਨ ਹੈ। ਗਰਮੀ ਵਿੱਚ ਗਰਮੀ ਨਹੀਂ ਤੇ ਠੰਡ ਵਿੱਚ ਇੱਥੇ ਠੰਡ ਨਹੀਂ ਹੈ। ਇਹ ਪਾਵਨ ਪਵਿੱਤਰ ਇਹੋ ਜਿਹਾ ਸਥਾਨ ਹੈ। ਚਫੇਰੇ ਦੇ ਉੱਚੀਆਂ ਬਾਰੀਆਂ ਰੱਖੀਆਂ ਹਨ। ਲੱਗਹਿ ਪਵਨ ਪਛਚਮ ਪੁਰਵਾਈ। ਜਦੋਂ ਪੁਰੇ ਤੋਂ ਪੌਣ ਵਗੇ ਚਾਹੇ ਪੱਛਮ ਤੋਂ ਵਗੇ, ਇਹਨਾਂ ਬਾਰੀਆਂ ਦੇ ਵਿੱਚ ਦੀ ਲੰਘ ਕੇ ਜਾਂਦੀ ਗਰਮੀ ਦੇ ਵਿੱਚ ਬਹੁਤ ਰਮਣੀਕ ਜਿਹੜੀ ਹਵਾ ਆਉਂਦੀ ਹੈ। ਜਹ ਗ੍ਰੀਖਮ ਮਹਿ ਸਵੇਦ ਨ ਜੋਵੈ। ਜਿੱਥੇ ਬੈਠੇ ਹੋਏ ਸ਼ਰਧਾਲੂਆਂ ਗੁਰਮੁਖਾਂ ਨੂੰ ਕਦੇ ਮੁੜਕਾ ਨਹੀਂ ਦੇਖੀ ਦਾ ਆਇਆ ਹੋਇਆ। ਇੰਨੀ ਸਤ ਸੰਗ ਦੀ ਸੁੰਦਰ ਹਵਾ ਲੰਘਦੀ ਹੈ। ਇਸ ਤਰ੍ਹਾਂ ਜਾਲੀਦਾਰ ਪਾਵਨ ਸਥਾਨ ਬਣਾਇਆ ਹੈ। ਹਿਮਰਤ ਮਹਿ ਪਾਲੋ ਨਹਿ ਹੋਵੈ। ਤੇ ਠੰਡ ਵਿੱਚ ਕਦੇ ਇੱਥੇ ਪਾਲਾ ਨਹੀਂ ਲੱਗਦਾ, ਕਿਉਂਕਿ ਉਹ ਬਾਰੀਆਂ ਬੰਦ ਹੋ ਜਾਂਦੀਆਂ ਤੇ ਉਹ ਠੰਡ ਨਹੀਂ ਆਉਂਦੀ, ਕਿਉਂਕਿ ਤੇ ਅੰਦਰ ਵੈਸੇ ਹੀ ਗਰਮ ਹੈ। ਇਸ ਤਰ੍ਹਾਂ ਸੁੰਦਰ ਸਥਾਨ ਬਣਿਆ। ਗਰਮੀ ਵਿੱਚ ਗਰਮੀ ਨਹੀਂ, ਠੰਡ ਦੇ ਵਿੱਚ ਇੱਥੇ ਕੱਕਰ ਨਹੀਂ ਪੈਂਦਾ ਹੈ, ਲੱਗਦਾ ਹੈ। ਬਰਖਾ ਮਹਿ ਬੜ ਹੋਤ ਬਹਾਰ। ਤੇ ਜਦੋਂ ਕਿਤੇ ਵਰਸ਼ਾ ਹੁੰਦੀ ਹੈ ਤੇ ਖਾਲਸਾ ਜੀ ਉਹਨਾਂ ਬਾਰੀਆਂ ਵਿੱਚ ਬਹਿ ਕੇ ਨਜ਼ਾਰਾ ਵੇਖਣ ਵਾਲਾ ਹੁੰਦਾ। ਜਦੋਂ ਬਾਰੀਆਂ ਖੁੱਲੀਆਂ ਹੁੰਦੀਆਂ, ਵਰਸ਼ਾ ਪੈਂਦੀ, ਅੰਦਰ ਨਹੀਂ ਵਾਛੜ ਆਉਂਦੀ, ਪਰ ਐਡਾ ਆਨੰਦ ਆਉਂਦਾ। 4 ਚਫੇਰੇ ਸਰੋਵਰ ਹੈ ਤੇ ਕਿਣ ਮਿਣ ਜਦੋਂ ਪੈਂਦੀ ਹੈ ਮੋਹਲੇ ਧਾਰ ਵਰਖਾ, ਤੇ ਸਰੋਵਰ ਜਿਹੜਾ ਨਾ ਠਾਠਾਂ ਮਾਰ ਉੱਠਦਾ। ਪਾਵਨ ਪਵਿੱਤਰ ਸਥਾਨ 4 ਚਫੇਰੇ ਪਰਿਕਰਮਾਂ ਦੇ ਵਿੱਚ ਜਦੋਂ ਸੁੰਦਰ ਮੋਹਲੇ ਧਾਰ ਮੀਂਹ ਪੈਂਦਾ, ਤੇ ਪਾਵਨ ਸਰੋਵਰ ਦੇ ਵਿੱਚ ਜਦੋਂ ਇਹ ਪਵਿੱਤਰ ਸਥਾਨ ਤੇ ਪਵਿੱਤਰ ਸਰੋਵਰ ਦੇ ਵਿੱਚ ਜਦੋਂ ਬੱਦਲ ਬਾਰਿਸ਼ ਪਾਉਂਦੇ ਆ, ਇਹਨਾਂ ਬਾਰੀਆਂ ਦੇ ਵਿੱਚ ਬਹਿ ਕਰਕੇ ਖਾਲਸਾ ਜੀ ਆਨੰਦ ਵੇਖਣ ਵਾਲਾ ਹੁੰਦਾ। ਬਹੁਤ ਸੁੰਦਰ ਜਿਹੜਾ ਵੇ ਮੌਸਮ ਬਣਦਾ ਹੈ, ਮੌਕਾ ਬਣਦਾ, ਸਮਾਂ ਬਣਦਾ ਹੈ। ਬਿਨ ਕਰਦਮ ਤੇ ਸੁੰਦਰ ਬਾਰ। ਤੇ ਜਿਹੜਾ ਚਿੱਕੜ ਤੋਂ ਬਿਨਾ ਮੈਲ ਤੋਂ ਸੋਹਣਾ ਸੁੰਦਰ ਜਿਹੜਾ ਜਲ ਪੈਂਦਾ ਮੀਂਹ ਦੁਆਰਾ। ਚਹੁੰ ਦਿਸ਼ ਦ੍ਰਿਸ਼ਟ ਨੀਰ ਪਰ ਪਰੈ। ਤੇ 4 ਚਵੇਰੇ ਫਿਰ ਖਾਲਸਾ ਜੀ ਪਾਣੀ ਹੀ ਪਾਣੀ ਨੂੰ ਦਿਸਦਾ ਹੈ। ਸਭ ਪਾਸੇ ਜਾਲੀ ਜਲ ਦਿਸਦਾ। ਨਾ ਬਾਰੀਆਂ ਵਿੱਚ ਬਹਿ ਕੇ ਵੇਖੀਏ ਤੇ ਜਦੋਂ ਬਾਰਿਸ਼ ਪੈਂਦੀ ਹੈ ਫਿਰ 4 ਚਫੇਰੇ ਜਾਲੀ ਜਲ ਦਿਸਦਾ ਹੈ। ਬੜਾ ਆਨੰਦ ਆਉਂਦਾ ਹੈ। ਮੇਘ ਧਾਰ ਬਿਨ ਮਲ ਤੇ ਭਰੈ। ਜਿਹੜੇ ਬੱਦਲ ਹੈ ਇਹ ਧਾਰ ਕੇ ਮੋਹਲੇ ਧਾਰ ਵਰਸ਼ਾ ਪਾਣੀ ਭਰ ਕੇ ਸੁੰਦਰ ਮੈਲ ਤੋਂ ਰਹਿਤ ਜਲ ਪਾਉਂਦੇ ਐ, ਮੀਂਹ ਪਾਉਂਦੇ ਐ। ਜਗਤ ਮਝਾਰਣ ਐਸੋ ਕੋਈ। ਤੋ ਸੰਸਾਰ ਦੇ ਵਿੱਚ ਕਵੀ ਜੀ ਕਹਿੰਦੇ ਇਹੋ ਜਿਹਾ ਸੰਸਾਰ ਤੇ ਕੋਈ ਸਥਾਨ ਨਹੀਂ ਪਾਈ। ਜਦੋਂ ਬਾਰਿਸ਼ ਪੈਂਦੀ ਖਾਲਸਾ ਜੀ ਪਵਿੱਤਰ ਸਥਾਨ ਜਿਹੜਾ ਸੋਹਣਾ ਐਨ ਲਿਸ਼ਕਾਂ ਮਾਰਦਾ ਹੈ, ਵੇਖਿਆ ਨਹੀਂ ਜਾਂਦਾ ਹੈ। ਤੇ 4 ਚਫੇਰੇ ਪਾਣੀਓ ਪਾਣੀ ਜਲ ਖੜਾ ਹੋਇਆ ਸਰੋਵਰ ਦੇ ਵਿੱਚ ਜੋ ਸਥਾਨ ਹੈ। ਤੇ ਬਾਰਿਸ਼ ਪੈਂਦੀ ਵਿੱਚ ਇਉਂ ਲੱਗਦਾ ਫਿਰ ਜਿਵੇਂ ਕਿਸੇ ਸਮੁੰਦਰੀ ਜਹਾਜ਼ ਤੇ ਸਵਾਰ ਹੋਈਏ, ਕਿਉਂਕਿ ਮੀਂਹ ਦੇ ਕਾਰਨ, ਹਵਾ ਕਾਰਨ ਫਿਰ ਪਾਸਿਓਂ ਜਲ ਹਿੱਲਦਾ। ਤੇ ਇਸ ਤਰ੍ਹਾਂ ਪ੍ਰਤੀਤ ਹੁੰਦਾ ਜਿਵੇਂ ਅਸੀਂ ਕਿਸੇ ਬਹੁਤ ਵੱਡੇ ਬੇੜੇ ਵਿੱਚ ਸਵਾਰ ਹੋਈਏ ਤੇ ਪਾਸਿਓਂ ਜਲ ਜਿਹੜਾ ਉਹ ਠਾਠਾਂ ਮਾਰਦਾ। ਸਮੁੰਦਰ ਦੇ ਵਿੱਚ ਜਾਂਦੇ ਹੋਏ ਬੇੜੇ ਵਾਂਗੂ ਆਨੰਦ ਆਉਂਦਾ ਇਹਦੇ ਵਿੱਚ ਬਹਿ ਕੇ। ਜਦੋਂ 4 ਚਫੇਰਿਓਂ ਬਾਰਿਸ਼ ਪੈਂਦੀ ਹੈ, ਉੱਪਰਲੀਆਂ ਬਾਰੀਆਂ ਖੁੱਲੀਆਂ ਹੋਣ ਦਰੀਚੀਆਂ, ਤਾਂ ਕਵੀ ਜੀ ਕਹਿੰਦੇ ਭਾਈ ਇਹੋ ਜਿਹਾ ਪਵਿੱਤਰ ਸਥਾਨ, ਇਹੋ ਜਿਹਾ ਸੋਭਾ ਵਾਲਾ ਸੋਹਣਾ ਸਥਾਨ ਸੁੰਦਰ ਸੰਸਾਰ ਵਿੱਚ ਹੋਰ ਕਿਤੇ ਦੇਖਣ ਨੂੰ ਨਹੀਂ ਮਿਲਦਾ ਹੈ। ਮੰਦਿਰ ਦਿਖਤ ਆਨੰਦ ਨ ਹੋਈ। ਤੇ ਸੰਸਾਰ ਵਿੱਚ ਕੋਈ ਇਹੋ ਜਿਹਾ ਮਨੁੱਖ ਨਹੀਂ ਜਿਹਨੂੰ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਖਾਲਸਾ ਜੀ ਆਨੰਦ ਨਾ ਹੁੰਦਾ ਹੋਵੇ। ਜਦੋਂ ਜਾਈਏ ਨਾ ਹਰਿਮੰਦਰ ਸਾਹਿਬ ਖਾਲਸਾ ਜੀ, ਆਪਾਂ ਸਾਰੇ ਹੀ ਗਏ ਹੋਏ ਆ, ਤੇ ਪਹਿਲਾਂ ਤਾਂ ਬਾਹਰ ਬਹੁਤ ਭੀੜ ਭੜੱਕਾ, ਕਾਵਾਂ ਰੌਲੀ। ਬਾਹਰ ਜਦੋਂ ਆਈਦਾ ਗੱਡੀ ਤੇ ਜਾਓ ਚਾਹੇ ਬੱਸ ਤੇ ਜਾਓ, ਸ਼ਰਧਾਲੂਆਂ ਦੇ ਵਿੱਚ ਦੀ ਉਹ ਆਉਂਦੇ ਹੋਏ ਲੰਘਦੇ ਜਾਈਦਾ। ਪਹਿਲਾਂ ਤਾਂ ਲੱਗਦਾ ਵੀ ਆਮ ਸਧਾਰਨ ਸਥਾਨ ਹੀ ਹੈ, ਪਰ ਜਦੋਂ ਖਾਲਸਾ ਜੀ ਜਿਹੜੇ ਪਾਸੇ ਵਾਲੀਆਂ 4 ਡਿਉੜੀਆਂ ਉਹਦੇ ਵਿੱਚ ਆ ਕੇ ਪ੍ਰਵੇਸ਼ ਕਰੀਦਾ ਹੈ ਨਾ, ਤੇ ਉਦੋਂ ਫਿਰ ਕੰਨਾਂ ਵਿੱਚ ਕੀਰਤਨ ਦੀ ਧੁਨ ਪੈਂਦੀ ਹੈ। ਤੇ ਜਿਵੇਂ ਜਿਵੇਂ ਪੌੜੀ ਉਤਰਦੇ ਜਾਈਦੇ ਉਹ ਲੱਗਦਾ ਜਿਵੇਂ ਸਵਰਗ 'ਚ ਪੈਰ ਪੈਂਦਾ ਜਾਂਦਾ। ਚਾਰੇ ਪਾਸੇ ਆਨੰਦ ਹੀ ਆਨੰਦ ਹੈ। ਜਿਹੜੇ ਦਰਵਾਜ਼ੇ ਤੋਂ ਵੜਦਿਆਂ ਸਾਰ ਵੇਖੋਗੇ ਹਰਿਮੰਦਰ ਸਾਹਿਬ ਦਿਸੂਗਾ। ਚਾਹੇ ਪੂਰਬ ਵਾਲੇ ਪਾਸਿਓਂ ਲੰਗਰ ਵਾਲੇ ਪਾਸਿਓਂ ਅੰਦਰ ਜਾਈਏ, ਚਾਹੇ ਖਾਲਸਾ ਜੀ ਦੱਖਣ ਵਾਲੇ ਪਾਸਿਓਂ ਜਾਓ। ਜ਼ਿਆਦਾਤਰ ਸੰਗਤ
ਜਿਹੜੀ ਹੈ ਉਹ ਪੂਰਬ ਵਾਲੇ ਤੇ ਇੱਕ ਉੱਤਰ ਵਾਲੇ ਦਰਵਾਜ਼ਿਆਂ ਦੋ ਥਾਣੀ ਬਹੁਤੀ ਸੰਗਤ ਆਉਂਦੀ ਹੈ। ਤੋ ਇਹਨਾਂ ਚੌਂ ਦਰਵਾਜ਼ਿਆਂ ਦੇ ਜਦੇ ਹੀ ਖਾਲਸਾ ਜੀ ਅੰਦਰ ਪੈਰ ਪਾਈਦਾ ਹੈ ਨਾ, ਤੇ ਬਿਲਕੁਲ ਐਨ ਸਾਹਮਣੇ ਨੀਵੇਂ ਥਾਂ ਤੇ ਸੋਹਣੇ ਜਲ ਦੇ ਵਿੱਚ ਪਾਵਨ ਪਵਿੱਤਰ ਹਰਿਮੰਦਰ ਦਾ ਸਥਾਨ ਹੈ, ਉਹ ਸੋਭਾ ਪਾਉਂਦਾ ਹੈ ਜਿਵੇਂ ਖਾਲਸਾ ਜੀ ਮਾਨ ਸਰੋਵਰ ਦੇ ਵਿੱਚ ਜਹਾਜ਼ ਖੜਾ ਹੁੰਦਾ ਸੋਨੇ ਦਾ ਬਣਿਆ। ਐਡਾ ਆਨੰਦ ਨੇਤਰ ਜਿਹੜੇ ਵੈ ਉਹ ਵੇਖ ਕੇ ਤੇ ਸਾਧ ਸੰਗਤ ਜੀਓ ਐਡੇ ਆਨੰਦ ਸਹਿਤ ਹੋ ਜਾਂਦੇ ਆ ਵੀ ਸੰਸਾਰ ਦੀ ਸੁੰਦਰ ਤੋਂ ਸੁੰਦਰ ਵਸਤੂ ਵੀ ਇੱਥੇ ਆ ਕੇ ਸ਼ਰਮੀਲੀ ਹੋ ਜਾਵੇ। ਸੰਸਾਰ ਤੇ ਸੁੰਦਰ ਤੋਂ ਸੁੰਦਰ ਸਥਾਨ ਕਾਮਦੇਵ ਸਭ ਤੋਂ ਸੁੰਦਰ ਮੰਨਿਆ ਹੋਇਆ। ਕਾਮਦੇਵ ਵੀ ਆਪਦੇ ਸਰੂਪ ਤੇ ਲੱਜਾ ਚੜਾਉਂਦੀ ਕਾਮਦੇਵ ਨੂੰ ਵੀ, ਭਾਈ ਇਹ ਤਾਂ ਮੇਰੇ ਤੋਂ ਵੀ ਸੁੰਦਰ ਸਥਾਨ ਹੈ। ਕਿਹੜਾ ਪ੍ਰਾਣੀ ਸੰਸਾਰ ਤੇ ਜਿਹਨੂੰ ਹਰਿਮੰਦਰ ਸਾਹਿਬ ਦਾ ਪਾਵਨ ਸਥਾਨ ਵੇਖ ਕੇ ਚਾਅ ਨਹੀਂ ਚੜ੍ਹਦਾ, ਜਿਹਨੂੰ ਸਥਾਨ ਵੇਖ ਕੇ ਸੋਨੇ ਨਾਲ ਜੜਿਆ ਹੋਇਆ ਗੁਰੂ ਕਾ ਦਰਬਾਰ ਹਰਿਮੰਦਰ ਸਾਹਿਬ ਵੇਖ ਕੇ ਉਹਦੇ ਮਨ ਵਿੱਚ ਖੁਸ਼ੀ ਨਹੀਂ ਪ੍ਰਾਪਤ ਹੁੰਦੀ, ਆਨੰਦ ਨਹੀਂ ਹੁੰਦਾ। ਕੋਈ ਨਹੀਂ ਇਹੋ ਜਿਹਾ ਹੋਣਾ। ਚਿਤਰਤ ਸ਼ਾਮੀ ਕਰਤੇ ਚਾਰ। ਤੇ ਇਸ ਤਰ੍ਹਾਂ ਚਾਰ ਚਫੇਰਿਓਂ ਫਿਰ ਜਿਹੜਾ ਸੋਨੇ ਦੇ ਨਾਲ ਸੁੰਦਰ ਬਣਿਆ ਹੋਇਆ ਸਥਾਨ ਹੈ, ਚਿਤਰਤ ਚਾਮੀਕ ਭਾਵ ਸੋਨੇ ਦੇ ਨਾਲ ਦੇ ਉੱਪਰ ਫੁੱਲ ਬੂਟੀਆਂ ਬਣੀਆਂ, ਸੋਹਣੀ ਕਢਾਈ ਹੋਈ ਚਾਰ ਸੁੰਦਰ ਹੀ। ਚਾਰ ਓਰ ਮਹਿ ਚਮਕ ਨਿਹਾਰ। ਤੇ ਚਾਰ ਚਫੇਰਿਓਂ ਬੜੀ ਚਮਕ ਜਿਹੜੀ ਵੇਖੀ ਜਾਂਦੀ, ਸੋਨੇ ਦੀ ਲਿਸ਼ਕ ਪੈਂਦੀ ਹੋਈ। ਚਾਰ ਪਦਾਰਥ ਕੋ ਦਾਤਾਰ। ਤੋ ਕਵੀ ਜੀ ਕਹਿੰਦੇ ਭਾਈ ਸਰੋਤਾ ਜਾਨੋ, ਇਹ ਜਿਹੜਾ ਪਾਵਨ ਸਥਾਨ ਹਰਿਮੰਦਰ ਸਾਹਿਬ ਹੈ ਇਹ ਚਾਰਾਂ ਪਦਾਰਥਾਂ ਦਾ ਦਾਤਾ ਸਥਾਨ ਹੈ। ਧਰਮ, ਅਰਥ, ਕਾਮ ਤੇ ਮੋਕਸ਼ ਮੁਕਤੀ, ਇਹ ਚਾਰ ਪਦਾਰਥ ਜਿਹੜੇ ਹੈ ਇਹ ਚਾਰੇ ਪਦਾਰਥਾਂ ਦਾ ਦਾਤਾ ਸਥਾਨ ਹੈ ਪਾਵਨ ਹਰਿਮੰਦਰ ਸਾਹਿਬ। ਚਾਰ ਬਰਨ ਕੋ ਜਹਾਂ ਉਚਾਰ। ਜਿਸ ਮੁਕੱਦਸ ਸਥਾਨ ਤੇ ਸਦਾ ਚਾਰ ਵਰਨਾਂ ਦਾ ਉਚਾਰਨ ਹੁੰਦਾ, ਚਾਰ ਅੱਖਰ ਕਿਹੜੇ ਖਾਲਸਾ ਜੀ? ਵੱਵਾ, ਹਾਹਾ, ਗੱਗਾ, ਰਾਰਾ। ਵਾਹਿਗੁਰੂ 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 ਵਾਹਿਗੁਰੂ। ਉਸ ਪਰਮੇਸ਼ਰ ਦੀ ਕੀਰਤਨ, ਉਸ ਪਰਮੇਸ਼ਰ ਦੀ ਬੰਦਗੀ, ਸੋਭਾ, ਸਿਫਤ, ਸਲਾਘਾ, ਇਹ ਚਾਰ ਅੱਖਰ ਹਨ ਵਾਹਿਗੁਰੂ। ਤੋ ਵਾਹਿਗੁਰੂ ਨਾਮ ਅਚਰਜ ਕੋ ਹੋਈ। ਤੋ ਤਿਸ ਤੇ ਪਰੇ ਉਸ ਇਹ ਵਾਹਿਗੁਰੂ ਤੋਂ ਪਰੇ ਖਾਲਸਾ ਜੀ ਹੋਰ ਕੀ ਹੋ ਸਕਦਾ? ਜਿੱਥੇ ਵਾਹੇ ਆ ਜਾਵੇ, ਵਾਹ ਨਾਮ ਅਸਚਰਜਤਾ ਦਾ, ਤੇ ਜਿੱਥੇ ਅਸਚਰਜਤਾ ਆ ਜਾਵੇ ਉੱਥੇ ਸਾਧ ਸੰਗਤ ਦੀ ਸਾਰੀਆਂ ਭਾਵਨਾਵਾਂ, ਭਾਵਕ ਜਿਹੜੇ ਅਰਥ ਸਾਰੇ ਛੋਟੇ ਪੈ ਜਾਂਦੇ ਆ। ਤੋ ਕਵੀ ਜੀ ਕਹਿੰਦੇ ਭਾਈ ਐਸਾ ਸਥਾਨ ਹੈ ਜਿਹੜਾ ਚਾਰ ਪਦਾਰਥਾਂ ਦਾ ਦਾਤਾ ਹੈ ਤੇ ਜਿੱਥੇ ਚਾਰ ਅੱਖਰ ਗਾਏ ਜਾਂਦੇ ਆ, ਸਦਾ ਵਾਹਿਗੁਰੂ ਦਾ ਸਿਮਰਨ ਹੁੰਦਾ ਹੈ। ਚਾਰ ਬਰਨ ਜਹ ਬੰਧਨ ਤਾਰ। ਤੇ ਚਾਰ ਜਿਹੜੇ ਵੈ ਜਿੱਥੇ ਬਰਨ ਉਹ ਸਾਰੇ ਆ ਕੇ ਬੰਦਨਾ ਕਰਦੇ। ਚਾਰ ਬਰਨ ਬਣਾਏ ਹੋਏ ਆ ਸਾਧ ਸੰਗਤ ਸਨਾਤਨ ਮਤ ਅੰਦਰ, ਉਹ ਹਰਨ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਹ ਵਰਨਾ ਕਉ ਸਾਂਝਾ। ਇਹ ਚਾਰ ਦਰਵਾਜ਼ਿਆਂ ਵਾਲਾ ਪਵਿੱਤਰ ਸਥਾਨ ਚਾਰੇ ਧਰਮਾਂ, ਚਾਰੇ ਵਰਨਾ ਆਸ਼ਰਮਾਂ ਵਾਸਤੇ ਇੱਕੋ ਹੈ। ਚਾਰਿਆਂ ਵਰਨਾਂ ਦੇ ਲੋਕ ਇੱਥੇ ਆ ਕੇ ਸਿਰ ਝੁਕਾਉਂਦੇ ਹਨ। ਚਾਰ ਬਰਨ ਦਿਪਤ ਹੈ ਦੁਤਵਾਰ। ਤੇ ਇਸ ਤਰ੍ਹਾਂ ਖਾਲਸਾ ਜੀ ਪਾਵਨ ਪਵਿੱਤਰ ਸਥਾਨ ਜੋ ਹੈ ਸੋਹਣੇ ਰੰਗ ਦਾ ਸੁਭਾਏਮਨ ਹੋ ਕੇ ਤੇ ਦਿਪਤ ਹੋ ਰਿਹਾ ਹੈ। ਚਾਰ ਕਹੀਏ ਸੁੰਦਰ ਜਿਹੜਾ ਪਾਵਨ ਸਥਾਨ ਉਹ ਚਾਰੇ ਪਾਸੇ ਦਗਮਗ ਕਰਦਾ ਪ੍ਰਤੀਤ ਹੁੰਦਾ, ਸੋਹਣਾ ਭਾਉਂਦਾ ਹੈ। ਚਾਰ ਚੱਕਰ ਮਹਿ ਬਿਦਤ ਉਦਾਰ। ਤੇ ਇਸ ਤਰ੍ਹਾਂ ਚਾਰ ਹੀ ਫਿਰ ਚੱਕਰਤ, ਚਾਰ ਚੱਕਰ ਮਹਿ ਬਿਦਤ ਉਦਾਰ। ਇਹ ਪਾਵਨ ਸਥਾਨ ਚਾਰੇ ਚੱਕਾਂ, ਚਾਰੇ ਦਿਸ਼ਾਵਾਂ ਦੇ ਵਿੱਚ ਸਾਰਿਆਂ ਤੋਂ ਸੁੰਦਰ ਸਥਾਨ ਸੋਭਾ ਪਾਉਂਦਾ ਹੈ। ਚਾਰ ਮੋਖ ਠਾਡੀ ਦਰਬਾਰ। ਗੁਰੂ ਰਾਮਦਾਸ ਮਹਾਰਾਜ ਦੇ ਘਰ ਵਿੱਚ ਚਾਰ ਮੁਕਤੀਆਂ ਜਿਹੜੀਆਂ ਮੰਨੀਆਂ ਗਈਆਂ ਉਹ ਸਦਾ ਇੱਥੇ ਹੱਥ ਜੋੜ ਕੇ ਖੜੀਆਂ ਰਹਿੰਦੀਆਂ। ਚਾਰ ਮੁਕਤੀਆਂ ਖਾਲਸਾ ਜੀ ਸਾਲੋਕ ਹੈ, ਸਾਰੂਪ ਹੈ, ਸਾਮੀਪ ਹੈ, ਸਾਜੁਜ ਹੈ। ਇਹ ਚਾਰੇ ਮੁਕਤੀਆਂ ਪਰਮੇਸ਼ਰ ਗੁਰੂ ਰਾਮਦਾਸ ਮਹਾਰਾਜ ਦੇ ਹਰਿਮੰਦਰ ਸਾਹਿਬ ਘਰ ਵਿੱਚ ਹੱਥ ਬੰਨ੍ਹ ਕੇ ਖੜੀਆਂ ਰਹਿੰਦੀਆਂ ਹਨ। ਦਰਸ਼ਨੀ ਜੋ ਆਸ਼ਰਮ ਚਾਰ। ਤੇ ਚਾਰੇ ਆਸ਼ਰਮਾਂ ਦੇ ਦਰਸ਼ਨ ਕਰਨ ਯੋਗ ਇਹ ਪਾਵਨ ਪਵਿੱਤਰ ਸਥਾਨ ਹੈ। ਚਾਰ ਖਾਲਸਾ ਜੀ ਆਸ਼ਰਮ ਕਿਹੜੇ ਹੈ? ਵਾਹਿਗੁਰੂ ਬ੍ਰਹਮਚਰਜ ਹੈ 0 ਤੋਂ 25 ਸਾਲ ਤੱਕ। ਇਹ ਚਾਰ ਆਸ਼ਰਮ ਮੰਨੇ ਹੋਏ ਸਨਾਤਨ ਮਤ ਅੰਦਰ ਸਾਧੂਆਂ ਦੇ। ਫਿਰ ਗ੍ਰਸਤ ਜੀਵਨ ਹੈ 25 ਤੋਂ 50 ਸਾਲ ਤੱਕ। 50 ਤੋਂ 75 ਸਾਲ ਤੱਕ ਖਾਲਸਾ ਜੀ ਬਾਣਪ੍ਰਸਤ ਹੈ ਤੇ 75 ਤੋਂ
100 ਵਰੇ ਤੀਕਰ ਜਿਵੇਂ ਔਸਤਨ ਉਮਰ ਮੰਨੀ ਹੈ, 75 ਤੋਂ 100 ਤੀਕਰ ਇਹਨੂੰ ਸੰਨਿਆਸ ਵਿੱਚ ਵੰਡਿਆ ਹੋਇਆ। ਵੀ ਪਹਿਲਾਂ ਬ੍ਰਹਮਚਾਰੀ ਰਹਿਣਾ, ਕਾਮੁਕ ਬਿਰਤੀ ਨਹੀਂ ਰੱਖਣੀ, ਵਿਦਿਆ ਪੜ੍ਹਨੀ ਪੜ੍ਹਾਉਣੀ, ਮਨ ਸਮਝਾਵਨ ਕਾਰਨ ਹੈ ਕਛੁਕ ਪੜ੍ਹੀਐ ਗਿਆਨ। ਜਦੋਂ 25 ਵਰਿਆਂ ਦੇ ਫਿਰ ਸ਼ਾਦੀ ਗ੍ਰਸਤ ਪ੍ਰਵੇਸ਼ ਕਰ ਲੈਣਾ। ਉਸ ਤੋਂ ਬਾਅਦ ਪਰਿਵਾਰ ਪਾਲਣੇ 25 ਸਾਲ 50 ਵਰਿਆਂ ਤੀਕਰ, ਤੇ 50 ਵਰਿਆਂ ਤੋਂ ਬਾਅਦ ਫਿਰ ਬਾਣਪ੍ਰਸਤ ਸ਼ੁਰੂ ਕਰ ਲੈਣਾ। ਰਹਿਣਾ ਘਰ ਵਿੱਚ ਹੀ, ਪਰ ਜਿਵੇਂ ਜੰਗਲ 'ਚ ਹੋਈਦਾ ਇਸ ਤਰ੍ਹਾਂ ਘਰ ਨਾਲ ਕੋਈ ਮੋਹ ਨਾ ਕਰਨਾ, ਭਜਨ ਬੰਦਗੀ ਕਰੀ ਜਾਣੀ, ਰਹਿਣਾ ਪਰਿਵਾਰ ਵਿੱਚ ਹੀ, ਤੇ ਚੰਗੇ ਮਾੜੇ ਕੰਮਾਂ ਤੋਂ ਧੀਆਂ ਪੁੱਤਾਂ ਨੂੰ ਵਰਜਣਾ। ਫਿਰ ਜਦੋਂ 75 ਵਰਿਆਂ ਦੇ ਹੋ ਜਾਣਾ, ਫਿਰ ਸੰਨਿਆਸ ਲੈ ਲੈਣਾ, ਸ਼ੂਨੇ ਆਸ, ਆਸਾ ਸ਼ੂਨੇ ਕਰ ਲੈਣੀ, ਜੀਰੋ ਕਰ ਲੈਣੀ। ਫਿਰ ਕੋਈ ਇੱਛਾ ਨਾ ਰੱਖਣੀ ਘਰੋਂ ਸੁੱਖ ਦੀ ਪ੍ਰਾਪਤੀ ਦੀ, ਤੀਰਥਾਂ ਦੀ ਯਾਤਰਾ ਕਰਨੀ, ਤਾਂ ਗੁਰੂ ਧਾਮਾਂ ਵਿੱਚ ਜਾਂ ਆਪਣੇ ਇਸ਼ਟ ਦੇਵ ਦੀ ਪੂਜਾ ਕਰਦਿਆਂ ਮਗਰਲੀ ਉਮਰ ਬਤੀਤ ਕਰਨੀ। ਤੋ ਇਸ ਤਰ੍ਹਾਂ ਇਹ 4 ਵਰਨ ਆਸ਼ਰਮ ਜਿਹੜੇ ਵੰਡੇ ਹੋਏ ਹੈ, ਚਾਹੇ ਬ੍ਰਹਮਚਾਰੀ ਹੈ, ਚਾਹੇ ਕੋਈ ਸਤ ਸੰਗਤ ਜੀ ਸੰਨਿਆਸੀ ਹੈ, ਚਾਹੇ ਗ੍ਰਸਤੀ ਹੈ, ਚਾਹੇ ਬਾਣਪ੍ਰਸਤ ਹੈ, ਚਾਰੇ ਦੇ ਚਾਰੇ ਆਸ਼ਰਮ ਇੱਥੇ ਪਾਵਨ ਸਥਾਨ ਤੇ ਆ ਕੇ ਸੀਸ ਝੁਕਾਉਂਦੇ ਹਨ। 4 ਵੇਦ ਜਹ ਸਾਰ ਉਚਾਰ, ਤੇ 4 ਸੁੰਦਰ ਵੇਦ ਨਾਮ ਗਿਆਨ ਦਾ ਹੈ। 4 ਕਈ ਸੁੰਦਰ, ਜਿਹੜਾ ਵੇਦਾਂ ਦਾ ਸੁੰਦਰ ਵੇਦ ਨਾਮ ਗਿਆਨ ਦਾ, ਸੁੰਦਰ ਗਿਆਨ ਜਿਹੜਾ ਸ਼੍ਰੇਸ਼ਟ ਗਿਆਨ ਹੈ ਨਾ, ਉਹਦਾ ਸਾਰ ਕੇ ਸਿਧਾਂਤ ਇੱਥੇ ਉਚਾਰਿਆ ਜਾਂਦਾ ਹੈ। ਵੇਦ ਕਤੇਵ ਕਹੋ ਮਤ ਝੂਠਾ, ਝੂਠੇ ਝੂਠਾ ਜੋ ਨਾ ਵਿਚਾਰ ਹੈ। ਤੋ ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਚੀਆਂ। ਜਿਹੜਾ ਨਾਮ ਵੇਦਾਂ ਵਿੱਚ ਸ਼੍ਰੋਮਣੀ ਆਖਿਆ ਗਿਆ ਹੈ, ਸਦਾ ਉਸ ਪ੍ਰਭੂ ਭਗਤੀ ਪਰਮੇਸ਼ਰ ਦਾ ਨਾਮ ਇੱਥੇ ਉਚਾਰਿਆ ਜਾਂਦਾ ਹੈ। ਉਹ ਸਿਧਾਂਤ ਦੱਸਿਆ ਜਾਂਦਾ ਹੈ ਕਿ ਭਾਈ ਅਬ ਕਲੂ ਆਇਓ ਰੇ, ਇੱਕ ਨਾਮ ਬੋਵਹ ਬੋਵਹ, ਅਨਰੂਤ ਨਾਹੀ ਨਾਹੀ, ਮਤ ਭਰਮ ਭੂਲਹ ਭੂਲਹ। ਗੁਰ ਮਿਲੇ ਹਰ ਪਾਇਆ ਜਿਸ ਮਸਤਕ ਹੈ ਲੇਖਾ, ਮਨ ਰੁੱਤ ਨਾਮ ਰੇ, ਗੁਣ ਕਹੇ ਨਾਨਕ ਹਰ ਹਰੇ ਹਰ ਹਰੇ। ਤੋ ਇਸ ਤਰ੍ਹਾਂ ਦਾ ਖਾਲਸਾ ਜੀ ਉੱਥੇ ਸਿਧਾਂਤ ਦੱਸਿਆ ਜਾਂਦਾ ਹੈ। ਹਰਿਮੰਦਰ ਸਾਹਿਬ ਦੇ ਵਿੱਚ ਗੁਰਬਾਣੀ ਪੜ੍ਹੀ ਜਾਂਦੀ ਹੈ। ਉਹ ਗੁਰਬਾਣੀ ਜਿੱਥੇ ਦੱਸਿਆ ਜਾਂਦਾ ਹੈ, ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ, ਆਇਓ ਪੜ੍ਹਨ ਸੁਣਨ ਕਉ ਬਾਣੀ। ਪ੍ਰਾਣੀ ਤੂੰ ਆਹੋ ਲਾਹਾ ਲੈਣ, ਲੱਗਾ ਕਿਤ ਕੁ ਪਕੜੇ, ਸਭ ਮੁਕਦੀ ਚੱਲੀ ਰਹਿਣ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਤੋ ਜਿਸ ਕਾਰਜ ਵਾਸਤੇ ਪ੍ਰਾਣੀ ਆਇਆ ਹੈ, ਉਹ ਕਾਰਜ ਦ੍ਰਿੜਾਇਆ ਜਾਂਦਾ। ਭਾਈ ਨਾਮ ਜਪੋ ਨਾਮ ਜਪੋ ਨਾਮ ਜਪੋ ਨਾਮ ਜਪੋ ਜੀ, ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜਿਵੇਂ 5 ਸਾਲ ਦੇ ਧਰੂ ਨੇ, ਪ੍ਰਹਿਲਾਦ ਨੇ ਨਾਮ ਜਪਿਆ, ਇਸ ਤਰ੍ਹਾਂ ਭਾਈ ਪਰਮੇਸ਼ਰ ਦਾ ਨਾਮ ਜਪਣਾ ਚਾਹੀਏ। ਇਹੋ ਜੀ ਸ਼ੁਭ ਸਿੱਖਿਆ ਹਰਿਮੰਦਰ ਸਾਹਿਬ ਦੇ ਸਥਾਨ ਤੋਂ ਪ੍ਰਾਪਤ ਹੋ ਰਹੀ ਹੈ। 4 ਦਿਸ਼ਾ ਮਹਿ ਚਾਰਹ ਦਵਾਰ, 4 ਦਿਸ਼ਾਵਾਂ ਦੇ ਵਿੱਚ ਚਾਰੇ ਦਰਵਾਜ਼ੇ ਖੁੱਲੇ ਰੱਖੇ ਹੋਏ ਹਨ। ਸ਼੍ਰਵਣਾਦਿਕ ਸਾਧਨ ਜਹ ਟਾਰ, ਜਿੱਥੇ ਸ਼੍ਰਵਣ ਆਦਿਕ ਸੁਣਨਾ, ਮੰਨਣਾ, ਮਨ ਕੇ ਨਿਧਿਆਸਨ ਕਰਨਾ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਇਹ ਪਾਵਨ ਪਵਿੱਤਰ ਜਿਹੜਾ ਇਹ ਇੱਕ ਸਾਧਨ ਮੰਨੇ ਗਏ ਖਾਲਸਾ ਜੀ ਨੂੰ ਸ਼ਰਵਣਾਦ ਕਹਿੰਦੇ ਆ। ਜਿਵੇਂ ਇੱਕ ਸੁਣ ਲੈਣਾ, ਕਈ ਸੁਣ ਕੇ ਹੀ ਛੱਡ ਦਿੰਦੇ ਆ। ਸੁਣੇ ਦਾ ਕੋਈ ਲਾਭ ਨਹੀਂ ਜੇ ਮੰਨਿਆ ਨਾ, ਮੰਨੇ ਦਾ ਵੀ ਕੋਈ ਲਾਭ ਨਹੀਂ ਜੇ ਉਹਨੂੰ ਕਮਾਇਆ ਨਾ। ਸੁਣ ਲੈਣਾ, ਸੁਣ ਕੇ ਮੰਨ ਲੈਣਾ, ਮੰਨ ਕੇ ਫਿਰ ਉਹਦੀ ਕਮਾਈ ਕਰਨੀ, ਇਹਨੂੰ ਸ਼ਰਵਣਾਦ ਸਾਧਨ ਮੰਨਿਆ ਜਾਂਦਾ ਹੈ। ਤੋ ਕਹਿੰਦੇ ਟਾਰ ਸਾਧ ਸੰਗ ਜਿਵੇਂ ਹੁੰਦੀ ਨਾ ਟਾਲ, ਜਿਵੇਂ ਆ ਪੱਠੇ ਆਦਿਕਾਂ ਦੀ, ਜਾਂ ਜਿੱਥੇ ਕੋਈ ਬਹੁਤੀ ਵਸਤੂ ਹੋਵੇ, ਕਹਿੰਦੇ ਲੋਕੀ ਲੱਭਦੇ ਫਿਰਦੇ ਆ ਭਾਈ ਸ਼ਰਵਣਾਦ, ਵੀ ਜੋਗੀ ਲੋਕ ਇਹ ਸਾਧਨ ਕਰਦੇ, ਸੁਣ ਕੇ ਮੰਨ ਲਈਏ, ਮੰਨ ਕੇ ਨਿਧਿਆਸਨ ਕਰ ਲਈਏ। ਕਹਿੰਦੇ ਭਾਈ ਹਰਿਮੰਦਰ ਸਾਹਿਬ ਦਾ ਸਥਾਨ ਤਾਂ ਟਾਲ ਹੈ, ਉਹ ਖਜ਼ਾਨਾ ਹੈ, ਉਹ ਖਾਨ ਹੈ ਹਰਿਮੰਦਰ ਸਾਹਿਬ ਦਾ ਸਥਾਨ। ਉੱਥੇ ਸ਼ਰਵਣਾ, ਸੁਣਨਾ, ਮੰਨਣਾ ਤੇ ਨਿਧਿਆਸਨ ਕਰਨਾ। ਉੱਥੇ ਇਉਂ ਫਿਰਦਾ ਜਿਵੇਂ ਕਿਸੇ ਥਾਂ ਤੇ, ਜਿਵੇਂ ਖਾਣ ਵਿੱਚ ਸੋਨਾ ਬਹੁਤ ਹੁੰਦਾ, ਖਣਿਜ ਪਦਾਰਥਾਂ ਦੀ ਖਾਣ ਦੇ ਵਿੱਚ ਖਣਿਜ ਪਦਾਰਥ ਬਹੁਤ ਹੁੰਦੇ ਹੈ, ਕੋਲੇ ਦੀ ਖਾਣ ਵਿੱਚ ਕੋਲਾ ਬਹੁਤਾ ਹੁੰਦਾ। ਮਲਿਆਗਰ ਜਿਹੜਾ ਉਹ ਹੈ ਪਹਾੜ, ਉਹਦੇ ਉੱਪਰ ਚੰਦਨ ਹੀ ਚੰਦਨ ਹੁੰਦਾ। ਕਹਿੰਦੇ ਇਸ ਤਰ੍ਹਾਂ ਹਰਿਮੰਦਰ ਸਾਹਿਬ ਦੇ ਸਥਾਨ ਤੇ ਭਾਈ ਇਹੋ ਜਿਹੇ ਸਾਧਨ ਹੈ ਤੁਰੇ ਫਿਰਦੇ ਆ। ਜੇ ਕੋਈ ਜਾਵੇ ਦਰਸ਼ਨ ਕਰੇ, ਉਹਨੂੰ ਸੁਣਨਾ, ਮੰਨਣਾ, ਨਿਧਿਆਸਨ ਕਰਨਾ, ਇਹੋ ਜਿਹੇ ਸ਼ੁਭ ਸਾਧਨ ਪ੍ਰਾਪਤ ਹੁੰਦੇ ਆ। ਇਹ ਘਰ ਹੈ ਇਹੋ ਜਿਹੇ ਸਾਧਨਾਂ ਦਾ, ਟਾਰ ਕਹੀਏ
ਟਾਲ ਬਣੀ ਹੋਈ ਹੈ। ਸ਼੍ਰੀ ਅਰਜਨ ਠਾਡੇ ਵਿੱਚ ਹੋਏ। ਤੇ ਇਸ ਤਰ੍ਹਾਂ ਹਰਿਮੰਦਰ ਸਾਹਿਬ ਦੇ ਪਵਿੱਤਰ ਸਥਾਨ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਖੜੇ ਹੋਏ ਸੋਭਾ ਪਾਉਂਦੇ ਆ। ਕੀਨ ਆਨੰਦ ਬਿਲੰਦਹਿ ਜੋਏ। ਜਿਹੜਾ ਵੇਖਦਾ ਦਰਸ਼ਨ ਕਰਨ ਜਾਂਦਾ ਸ਼ਰਧਾਲੂ, ਉਹ ਵੇਖਦਾ ਹੀ ਰਹਿ ਜਾਂਦਾ, ਬੜਾ ਖੁਸ਼ੀ ਪਾਉਂਦਾ, ਆਨੰਦ ਪ੍ਰਾਪਤ ਕਰਦਾ ਹੈ। ਸ਼੍ਰੀ ਕਰਤਾਰ ਸਿਫਤ ਕੋ ਕਰੈ। ਸਾਰੇ ਪਾਸੇ ਸਿੱਖ ਸਾਧ ਸੰਗਤਾਂ ਸ਼ਰਧਾਲੂ ਕਰਤਾਰ ਅਕਾਲ ਪੁਰਖ ਦੀ ਸਿਫਤ ਕਰਦੀਆਂ ਹਨ। ਸਰ ਕੋ ਬੀਚ ਮਹਾਤਮ ਧਰੈ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਅਕਾਲ ਪੁਰਖ ਦੀ ਸਿਫਤ ਸਲਾਘਾ ਦੇ ਸ਼ਬਦ ਗਾਉਂਦੇ ਆ ਹਰਿਮੰਦਰ ਸਾਹਿਬ ਦੇ ਅੰਦਰ ਸੁਭਾਏਮਾਨ ਹੋ ਕਰਕੇ। ਸਰੋਵਰ ਦੀ ਬੜੀ ਮਹਾਤਮ ਸੋਭਾ ਸਿਫਤੀ ਸਲਾਘਾ ਮਹੱਤਵ ਸੰਗਤਾਂ ਨੂੰ ਦੱਸਦੇ ਆ। ਹਰਿਮੰਦਰ ਕੀ ਮਹਿਮਾ ਗਾਵੈ। ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਹਰਿਮੰਦਰ ਸਾਹਿਬ ਦੀ ਬੜੀ ਸੋਭਾ ਸੰਗਤਾਂ ਨੂੰ ਸੁਣਾ ਕੇ ਸ਼ਬਦਾਂ ਦੁਆਰਾ ਨਿਹਾਲ ਕਰਦੇ ਆ। ਸੁੰਦਰ ਸ਼ਬਦ ਬਿਲੋਕ ਬਣਾਵੈ। ਇਹ ਪਾਵਨ ਸਥਾਨ ਨੂੰ ਵੇਖ ਵੇਖ ਮਹਾਰਾਜ ਦੀ ਸੋਹਣੇ ਸ਼ਬਦ ਬਣਾਉਂਦੇ ਆ। ਸੁਣ ਸੁਣ ਸੰਗਤ ਸ਼ਰਧਾ ਧਰੈ। ਤੇ ਸੁਣ ਕੇ ਸਾਰੀਆਂ ਸੰਗਤਾਂ ਮਨ ਵਿੱਚ ਬੜੀ ਸ਼ਰਧਾ ਰੱਖਦੀਆਂ ਹਨ। ਸਰ ਮੱਜਹਿ ਅਭਿਬੰਦਨ ਰਰੈ। ਆਉਂਦੀਆਂ ਸੰਗਤਾਂ ਸਰੋਵਰ ਦਾ ਇਸ਼ਨਾਨ ਕਰਦੀਆਂ। ਅੰਮ੍ਰਿਤ ਆਰਾਮ ਦਾ ਸਰੋਵਰ ਨਹਾਤੇ ਸਭ ਲਾਥੇ ਪਾਪ ਕਮਾਤੇ। ਸਰੋਵਰ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਦੀਆਂ, ਬੰਦਨਾ ਧਾਰਦੀਆਂ, ਮੱਥੇ ਟੇਕਦੀਆਂ ਹਨ। ਸਰ ਕਰਬੇ ਮਹਿ ਕਾਲੀ ਕਾਲ। ਤੋ ਕਵੀ ਜੀ ਕਹਿੰਦੇ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਨੇ ਸਰੋਵਰ ਦੀ ਸੇਵਾ ਜਦੋਂ ਚੱਲ ਰਹੀ ਸੀ ਨਾ, ਪਟਾਈ ਦੀ ਪੱਕਾ ਹੋਣ ਦੀ, ਜਿਨ੍ਹਾਂ ਸੰਗਤਾਂ ਗੁਰਮੁਖਾਂ ਪਿਆਰਿਆਂ ਨੇ ਉੱਥੇ ਟੋਕਰੀ ਢੋਈ ਬੜੀ ਸੇਵਾ ਕੀਤੀ ਸੀ, ਘਾਲਣਾ ਘਾਲੀ ਸੀ। ਹਰਿਮੰਦਰ ਕੀ ਸੇਵ ਵਿਸਾਲ। ਜਿਨ੍ਹਾਂ ਗੁਰਮੁਖਾਂ ਭਗਤਾਂ ਬ੍ਰਹਮ ਗਿਆਨੀਆਂ ਨੇ ਸੇਵਾ ਕੀਤੀ ਹਰਿਮੰਦਰ ਸਾਹਿਬ ਦੀ ਬੜੀ ਵੱਡੀ ਹੀ। ਕਿਰਪਾ ਦ੍ਰਿਸ਼ਟ ਤਿਨ ਪਰ ਪੁਨ ਕਰਕੇ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਹਨਾਂ ਸਾਰਿਆਂ ਸਿੱਖਾਂ ਤੇ ਭਾਈ ਜਿਹੜੇ ਵਾ ਲੰਗਾ ਜੀ ਵਰਗੇ ਹੋਏ, ਭਾਈ ਭਗਤੂ ਜੀ, ਭਾਈ ਮੰਝ ਜੀ, ਭਾਈ ਪ੍ਰਾਣਾ ਜੀ, ਇਸ ਤੋਂ ਇਲਾਵਾ ਬੇਅੰਤ ਬਾਬਾ ਬੁੱਢਾ ਸਾਹਿਬ ਜੀ ਵਰਗੇ, ਭਾਈ ਗੁਰਦਾਸ ਜੀ ਵਰਗੇ, ਜਿਨ੍ਹਾਂ ਖਾਲਸਾ ਜੀ ਟੋਕਰੀ ਢੋਈ ਆ ਗੁਰੂ ਘਰ ਵਿੱਚ ਜਦੋਂ ਸਰੋਵਰ ਬਣੇ ਆ। ਬੇਅੰਤ ਸੇਵਾ ਕੀਤੀ, ਕਈ ਮਹੀਨੇ ਸਿਰ ਤੋਂ ਮੜਾਸੇ ਨਹੀਂ ਖੁੱਲੇ ਜਿਨ੍ਹਾਂ ਗੁਰਮੁਖਾਂ ਨੇ। ਤੋਂ ਭਾਈ ਬਹਿਲੋ ਜੀ ਵਰਗੇ ਹੋਰ ਬੜੇ ਪ੍ਰੇਮੀ ਸਿੱਖ ਹੋਏ। ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਸਥਾਨ ਸਾਰਾ ਬਣ ਗਿਆ ਨਾ ਸਾਰਾ, ਤੋਂ ਸੰਗਤਾਂ ਦਰਸ਼ਨ ਕਰਨ ਆਉਂਦੀਆਂ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਜਿਨ੍ਹਾਂ ਨੇ ਬਹੁਤੀ ਸੇਵਾ ਕੀਤੀ ਹਰਿਮੰਦਰ ਸਾਹਿਬ ਬਣਨ ਤੋਂ ਪਹਿਲਾਂ ਤੋਂ ਲੈ ਕਰਕੇ ਹੁਣ ਤੀਕਰ, ਮਹਾਰਾਜ ਉਹਨਾਂ ਤੇ ਬੜੇ ਖੁਸ਼ ਹੈ ਤੇ ਬੜੀ ਮਿਹਰ ਭਰੀ ਦ੍ਰਿਸ਼ਟੀ ਕਰਦੇ ਹਨ। ਨਿਕਟ ਆਵਾਹਨ ਕਰੇ ਸਿਮਰ ਕੇ। ਤੇ ਮਹਾਰਾਜ ਨੇ ਯਾਦ ਕੀਤਾ ਫਿਰ ਭਾਈ ਭਗਤੂ ਜੀ, ਭਾਈ ਬਹਿਲੋ ਜੀ, ਭਾਈ ਮੰਝ ਜੀ ਵਰਗਿਆਂ ਗੁਰਸਿੱਖਾਂ, ਭਾਈ ਕਲਿਆਣਾ ਜੀ ਵਰਗਿਆਂ ਨੂੰ ਬੁਲਾ ਕੇ ਤੇ ਯਾਦ ਕੀਤਾ, ਆਪਦੇ ਕੋਲ ਸੱਦੇ ਭੇਜੇ ਆ। ਬਖਸ਼ਿਸ਼ ਬਖਸ਼ਣ ਕਰਨ ਨਿਹਾਲ। ਮਹਾਰਾਜ ਇਹਨਾਂ ਦੀ ਸੇਵਾ ਤੋਂ ਬੜੇ ਖੁਸ਼ ਹੈ। ਇਹਨਾਂ ਤੇ ਬਖਸ਼ਿਸ਼ਾਂ ਕਰਨ ਵਾਸਤੇ ਮਹਾਰਾਜ ਇਹਨਾਂ ਨੂੰ ਨਿਹਾਲ ਕਰਨ ਵਾਸਤੇ ਖੁਸ਼ ਹੋਏ ਤਰੁਠੇ ਆ। ਲਿਏ ਬੁਲਾਏ ਸਿੱਖ ਤਤਕਾਲ। ਤੇ ਸਾਰੇ ਸਿੱਖਾਂ ਨੂੰ ਮਹਾਰਾਜ ਨੇ ਸੇਵਕਾਂ ਨੂੰ ਸੱਦਿਆ ਹੈ। ਭਗਤੂ ਆਦਿਕ ਜੇ ਨਿਸ਼ਕਾਮ। ਤੇ ਭਾਈ ਭਗਤੂ ਜੀ ਵਰਗੇ ਸਿੱਖ ਆਏ ਜਿਹੜੇ ਪਹਿਲਾਂ ਤੋਂ ਹੀ ਨਿਸ਼ਕਾਮ ਹੈ, ਜਿਨ੍ਹਾਂ ਦੇ ਮਨ ਵਿੱਚ ਕੋਈ ਕਾਮਨਾ ਨਹੀਂ ਮਹਾਰਾਜ ਤੋਂ ਮੰਗਣਾ ਕੀ ਹੈ। ਆਠ ਜਾਮ ਸਿਮਰਤ ਜੇ ਨਾਮ। ਜਿਹੜੇ ਭਾਈ ਭਗਤੂ ਜੀ ਵਰਗੇ ਅੱਠੇ ਪਹਿਰੀ ਵਾਹਿਗੁਰੂ 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 ਨਾਮ ਸਿਮਰਨ ਦੇ ਵਿੱਚ ਰੰਗੇ ਰਹਿੰਦੇ ਆ। ਬਰੰ ਬ੍ਰਹ ਸਭਿਨ ਸੋ ਕਹਿਓ। ਬ੍ਰਹਮ ਬੂਹ ਮਹਾਰਾਜ ਕਹਿੰਦੇ ਭਾਈ ਭਗਤੂ ਜੀ ਮੰਗੋ ਕੀ ਮੰਗਣਾ ਹੈ, ਮੰਗੋ ਵਰ ਮੰਗੋ। ਮਹਾਰਾਜ ਇਸ ਤਰ੍ਹਾਂ ਸਿੱਖਾਂ ਨੂੰ ਕਹਿੰਦੇ ਆ। ਲਿਹੋ ਗੁਰ ਘਰ ਤੇ ਜੋ ਔਰ ਚਾਹਿਓ। ਵੀ ਜੋ ਚਾਹੁੰਦਾ ਨਾ ਮਨ ਵਿੱਚ ਅੱਜ ਮੰਗੋ। ਗੁਰੂ ਨਾਨਕ ਪਾਤਸ਼ਾਹ ਸਤਿਗੁਰਾਂ ਦੇ ਦਰ ਘਰ ਵਿੱਚ ਕੋਈ ਇਹੋ ਜਿਹੀ ਵਸਤੂ ਨਹੀਂ ਜਿਹੜੀ ਤੁਹਾਨੂੰ ਨਾ ਦਈਏ। ਮੰਗੋ ਕੀ ਮੰਗਦੇ ਹੋ। ਸਾਵਧਾਨ ਹੋਏ ਸੇਵ ਕਮਾਈ। ਕਿਉਂਕਿ ਤੁਸੀਂ ਬੜੇ ਤਿਆਰ ਹੋ ਕਰਕੇ ਗੁਰੂ ਘਰ ਦੀ ਲੰਮਾ ਸਮਾਂ ਸੇਵਾ ਕੀਤੀ ਹੈ। ਤਿਸ ਕੀ ਅਬ ਲੀਜਹਿ ਵਡਿਆਈ। ਤੇ ਸੇਵਾ ਦੇ ਬਦਲੇ ਅੱਜ ਤੁਸੀਂ ਸਾਥੋਂ ਵਡਿਆਈ ਲੈ ਲਵੋ ਜੀ। ਸਭ ਹਿਨ ਹਾਥ ਜੋਰ ਕਰ ਭਾਖਾ। ਤੇ ਪਰ ਸਾਧ ਸੰਗਤ ਜੀ ਮੰਗੇ ਤਾਂ ਉਹਨਾਂ ਜਿਹੜਾ ਖਾਲੀ ਹੈ, ਇਹ ਸਿੱਖ ਮਹਾਰਾਜ ਨੇ ਪਹਿਲਾਂ ਹੀ ਭਰ ਛੱਡੇ। ਭਾਈ ਭਗਤੂ ਜੀ ਵਰਗੇ ਕੋਈ ਮਹਾਰਾਜ ਨੇ ਤੋਟ ਰਹਿਣ ਹੀ ਨਹੀਂ ਦਿੱਤੀ। ਤੋ ਗਰੀਬ ਨਵਾਜ ਨੇ ਜਦੋਂ ਆਖਿਆ ਮੰਗੋ ਕੁਝ ਮੰਗਣਾ ਹੈ, ਹੱਥ ਜੋੜ ਕੇ ਖੜ ਗਏ।
ਨੇਤਰਾਂ ਵਿੱਚ ਜਲ ਆ ਗਿਆ, ਕੁਝ ਮੰਗਿਆ ਨਾ। ਗੁਰ ਜੀ ਰਹੀ ਨਹੀਂ ਅਭਿਲਾਖਾ। ਤੇ ਹੱਥ ਜੋੜ ਕੇ ਆਖਿਆ, ਭਾਈ ਭਗਤੂ ਜੀ ਵਰਗਿਆਂ ਸੱਚੇ ਪਾਤਸ਼ਾਹ, ਮਹਾਰਾਜ ਮੰਗੀਏ ਕਿ ਕਿਸੇ ਚੀਜ਼ ਦੀ ਭੁੱਖ ਹੀ ਨਹੀਂ ਛੱਡੀ ਤੁਸੀਂ ਸੱਚੇ ਪਾਤਸ਼ਾਹ। ਮਹਾਰਾਜ ਸਾਰਾ ਕੁਝ ਦਿੱਤਾ ਤੁਹਾਡਾ, ਅਸੀਂ ਖਾਂਦੇ ਪਹਿਨਦੇ ਆ, ਗਰੀਬ ਨਵਾਜ ਕਿਸੇ ਵਸਤੂ ਦੀ ਭੁੱਖ ਨਹੀਂ ਸਾਡੇ ਅੰਦਰ। ਚਰਨ ਤੁਮਾਰੇ ਔਰ ਮਹਿ ਬਾਸੈ। ਬਸ ਮਹਾਰਾਜ ਭੁੱਖ ਰਹਿਣੀ ਕਾਦੀ ਹੈ, ਤੁਹਾਡੇ ਮਹਾਰਾਜ ਚਰਨ ਸਾਡੇ ਹਿਰਦੇ ਵਿੱਚ ਵਸਦੇ ਹਨ। ਸਤ ਚਿਤ ਆਨੰਦ ਚਿਤ ਪ੍ਰਕਾਸੈ। ਤੇ ਚਿੱਤ ਵਿੱਚ ਮਹਾਰਾਜ ਤੁਹਾਡੀ ਦਇਆ ਦੇ ਨਾਲ ਸਤ ਚਿਦਾਨੰਦ ਪਰਮੇਸ਼ਰ ਖਟ ਭਗਾ ਸੰਪੰਨ ਭਗਵੰਤ, ਉਹ ਅਕਾਲ ਪੁਰਖ ਪ੍ਰਭੂ ਸਾਡੇ ਅੰਦਰ ਪ੍ਰਗਟ ਹੋਇਆ ਹੈ। ਇਸ ਤੇ ਉੱਤਮ ਅਪਰਣ ਕੋਈ। ਤੇ ਮਹਾਰਾਜ ਜਿਹਨੂੰ ਪਰਮੇਸ਼ਰ ਮਿਲ ਜਾਵੇ ਉਹਨੂੰ ਹੋਰ ਕੀ ਚਾਹੀਦਾ ਹੈ। ਪਰਮੇਸ਼ਰ ਤੋਂ ਵੱਡੀ ਤਾਂ ਮਹਾਰਾਜ ਕੋਈ ਦਾਤ ਨਹੀਂ ਨਾ। ਆਪ ਜੀਆਂ ਪਰਮੇਸ਼ਰ ਦੀ ਪ੍ਰਾਪਤੀ ਸਾਨੂੰ ਕਰਵਾਈ ਹੈ। ਇਸ ਕਰਕੇ ਮਹਾਰਾਜ ਤੁਸੀਂ ਬੜਾ ਰੱਜ ਦਿੱਤਾ ਸੱਚੇ ਪਾਤਸ਼ਾਹ ਜੀਓ। ਰਾਵਰ ਤੇ ਹਮ ਜਾਚੈ ਸੋਈ। ਤੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਤੋਂ ਅਸੀਂ ਉਹੀ ਮੰਗੀਏ ਜੀ। ਅਤ ਪ੍ਰਸੰਨ ਸੁਨ ਕੇ ਗੁਰ ਭਏ। ਵੀ ਜੇ ਤਾਂ ਪ੍ਰਭੂ ਅਕਾਲ ਪੁਰਖ ਤੋਂ ਪਰਮੇਸ਼ਰ ਤੋਂ ਵੱਡੀ ਕੋਈ ਚੀਜ਼ ਹੈ ਤੇ ਮਹਾਰਾਜ ਅਸੀਂ ਮੰਗ ਲੈਨੇ ਆ। ਤੁਸੀਂ ਤਾਂ ਮਹਾਰਾਜ ਸਾਨੂੰ ਉਹ ਦਿੱਤਾ ਹੈ ਜਿਹੜਾ ਸਾਰਿਆਂ ਤੋਂ ਵੱਡਾ ਭਾਵ ਤੁਸੀਂ ਪਰਮੇਸ਼ਰ ਦੀ ਬਖਸ਼ਿਸ਼ ਕੀਤੀ, ਸਾਨੂੰ ਪ੍ਰਭੂ ਦੇ ਨਾਲ ਮਿਲਾਉਣਾ ਕੀਤਾ ਹੈ। ਇਸ ਤਰ੍ਹਾਂ ਦੇ ਬਚਨ ਭਾਈ ਭਗਤੂ ਜੀ ਤੋਂ ਆਦਿ ਸਿੱਖਾਂ ਤੋਂ ਸੁਣੇ ਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਹੱਸੇ ਆ। ਗਰੀਬ ਨਵਾਜ ਬਹੁਤ ਸਿੱਖਾਂ ਦਾ ਸਿਦਕ ਵੇਖ ਕੇ ਖੁਸ਼ ਹੋਏ ਆ। ਸਭ ਹਿਨ ਕੋ ਊਚੈ ਪਦ ਦਏ। ਤੇ ਸਾਰਿਆਂ ਸਿੱਖਾਂ ਨੂੰ, ਭਾਈ ਮੰਝ ਜੀ ਵਰਗਿਆਂ ਨੂੰ, ਹੋਰ ਬੇਅੰਤ ਸਿੱਖਾਂ ਨੂੰ ਮਹਾਰਾਜ ਭਾਈ ਕਲਿਆਣਾ ਜੀ ਵਰਗਿਆਂ ਨੂੰ ਉੱਚੀਆਂ ਪਦਵੀਆਂ ਬ੍ਰਹਮ ਗਿਆਨ ਦੀਆਂ ਦਾਤਾਂ ਬਖਸ਼ੀਆਂ ਹਨ। ਜੀਵਨ ਮੁਕਤ ਅਵਸਥਾ ਕਈ। ਤੇ ਮਹਾਰਾਜ ਨੇ ਆਖਿਆ, ਭਾਈ ਭਗਤੂ ਜੀ ਤੁਸੀਂ ਜੀਵਨ ਮੁਕਤ ਹੋ। ਜੀਵਨ ਮੁਕਤਾਂ ਵਾਲੀ ਅਵਸਥਾ ਜਿਹੜੀ ਹੈ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤੀ ਹੈ। ਸਾਹਿਬ ਬੁੱਢਾ ਸੰਗਤ ਲਈ। ਤੇ ਇਧਰ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਜਿਹੜੇ ਸਾਰੀ ਸੰਗਤ ਵਿੱਚੋਂ ਸ਼੍ਰੋਮਣੀ ਹਨ। ਫੁਤੋ ਪ੍ਰਥਮ ਭੀ ਸਭ ਹੀ ਲਾਇਕ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਵਿਚਾਰਦੇ ਵੀ ਇਹਨਾਂ ਨੂੰ ਕੀ ਤਿਨ ਕੋ ਕਿਆ ਉਪਦੇਸੀਆ ਜਿਨ ਗੁਰੂ ਨਾਨਕ ਦਿਓ। ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹੜੀ ਦਾਤ ਦਈਏ, ਇਹ ਤਾਂ ਪਹਿਲਾਂ ਹੀ ਭਰੇ ਹੋਏ ਆ, ਇਹ ਤਾਂ ਸਾਰੇ ਪਾਸਿਓਂ ਪੂਰੇ ਹਨ, ਲਾਇਕ ਹਨ। ਤਉ ਬੜਾਈ ਅਧਿਕ ਸੁਭਾਇਕ। ਪਰ ਫਿਰ ਵੀ ਸੱਚੇ ਪਾਤਸ਼ਾਹ ਜੀਆਂ ਬਾਬਾ ਬੁੱਢਾ ਸਾਹਿਬ ਜੀ ਦੀ ਬੜੀ ਸੋਭਾ ਗਾਈ, ਬੜੀ ਵਡਿਆਈ ਕੀਤੀ, ਗੁਰੂ ਘਰ ਦਾ ਵਜ਼ੀਰ ਥਾਪਣਾ ਕੀਤਾ। ਬਾਬਾ ਜੀ ਤੁਸੀਂ ਗੁਰੂ ਘਰ ਦੇ ਵਜ਼ੀਰ ਹੋ, ਬਹੁਤ ਸਿਆਣੇ ਹੋ। ਗੁਰੂ ਸਾਡੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਤਿਗੁਰੂ ਸ਼੍ਰੋਮਣੀ ਪਾਤਸ਼ਾਹ ਪਹਿਲੇ ਪਾਤਸ਼ਾਹ ਜੀਆਂ ਦੇ ਤੁਹਾਨੂੰ ਵਰਦਾਨ ਹੋਏ ਹੈ ਵੀ ਤੁਹਾਥੋਂ ਓਲੇ ਕਦੇ ਨਾ ਹੋਸਾਂ, ਤੁਹਾਥੋਂ ਅਸੀਂ ਓਲੇ ਨਹੀਂ ਹੋਵਾਂਗੇ। ਤੁਸੀਂ ਬਾਬਾ ਬੁੱਢਾ ਸਾਹਿਬ ਦੀ ਸਿੱਖੀ ਦੀ ਹੱਦ ਹੋ, ਤੁਹਾਥੋਂ ਪਰੇ ਹੋਰ ਸਿੱਖੀ ਨਹੀਂ। ਜਿਹੜੀ ਸਿੱਖੀ ਤੁਹਾਡੇ ਪਾਸ ਹੈ, ਤੁਹਾਡੇ ਤੋਂ ਵੱਡਾ ਹੋਰ ਕੋਈ ਸਿੱਖ ਨਹੀਂ ਹੋ ਸਕਦਾ ਸੰਸਾਰ ਵਿੱਚ। ਇਹ ਵਰਦਾਨ ਬਾਬਾ ਬੁੱਢਾ ਸਾਹਿਬ ਜੀ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਖਸ਼ਿਸ਼ ਕੀਤੇ। ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਬਾਬਾ ਜੀ ਤੁਹਾਡੇ ਕੋਲ ਤਾਂ ਪਹਿਲਾਂ ਹੀ ਬੜੀਆਂ ਬਖਸ਼ਿਸ਼ਾਂ ਹਨ, ਤੁਹਾਨੂੰ ਕੀ ਦਈਏ। ਫਿਰ ਵੀ ਮਹਾਰਾਜ ਨੇ ਬੜੀ ਸੋਭਾ ਤੇ ਵਡਿਆਈ ਗਾਉਣਾ ਕੀਤੀ ਬਾਬਾ ਬੁੱਢਾ ਸਾਹਿਬ ਜੀਆਂ ਦੀ। ਪੁਨ ਭਾਈ ਭਗਤੂ ਕੋ ਦੀਨਾ। ਤੇ ਪੁਨਾ ਫਿਰ ਭਾਈ ਭਗਤੂ ਜੀ ਆਦਿਕ ਸਿੱਖਾਂ ਨੂੰ ਬੜੀ ਸੋਭਾ ਜਾਂ ਜਿਹੜੀ ਬਾਬਾ ਬੁੱਢਾ ਸਾਹਿਬ ਜੀ ਕੋਲ ਪਦਵੀ ਸੀ ਨਾ ਖਾਲਸਾ ਜੀ ਜੀਵਨ ਮੁਕਤ ਦੀ, ਉਹ ਫਿਰ ਦੂਜੀ ਵਾਰੀ ਜੇ ਮਿਲੀ ਤੇ ਉਹ ਭਾਈ ਭਗਤੂ ਜੀ ਨੂੰ ਮਹਾਰਾਜ ਨੇ ਦਿੱਤੀ ਸੀ। ਇਹ ਦੂਜੇ ਸਿੱਖ ਹੋਏ ਭਾਈ ਭਗਤੂ ਜੀ ਬਾਬਾ ਬੁੱਢਾ ਸਾਹਿਬ ਜੀ ਤੋਂ ਬਾਅਦ। ਜੀਵਨ ਮੁਕਤ ਅਵਸਥਾ ਲੀਨ। ਬਾਬਾ ਬੁੱਢਾ ਸਾਹਿਬ ਜੀ ਨੇ ਪਹਿਲਾਂ ਜੀਵਨ ਮੁਕਤ ਦੀ ਅਵਸਥਾ ਧੰਨ ਗੁਰੂ ਨਾਨਕ ਪਾਤਸ਼ਾਹ ਤੋਂ ਲਈ ਸੀ। ਤੇ ਜੇ ਇਹ ਇਤਿਹਾਸ ਵਿੱਚ ਦੂਜੇ ਸਿੱਖ ਭਾਈ ਭਗਤੂ ਜੀ ਹੋਏ ਜਿਨ੍ਹਾਂ ਨੂੰ ਜੀਵਨ ਮੁਕਤ ਦੀ ਪਦਵੀ ਧੰਨ ਗੁਰੂ ਅਰਜਨ ਪਾਤਸ਼ਾਹ ਨੇ ਬਖਸ਼ੀ ਇਹਨਾਂ ਲਈ ਹੈ। ਰਹਿ ਬਿਰਾੜ ਦੇਸ਼ ਕੋ ਜੰਗਲੋ। ਤੇ ਮਹਾਰਾਜ ਨੇ ਫਿਰ ਇੱਕ ਵਰਦਾਨ ਦਿੱਤਾ ਭਾਈ ਭਗਤੂ, ਜਿਹੜਾ ਬਰਾੜ ਦੇਸ਼ ਨਾ ਭਾਵ ਮਾਲਵੇ ਵਿੱਚ ਸਾਧ ਸੰਗਤ ਜੀ ਬਰਾੜਾਂ ਦੇ ਜਿਹੜੇ ਨਾ ਇਹ ਪਿੰਡ ਵੱਡੇ ਸੀਗੇ, ਇਹਨੂੰ ਜੰਗਲ ਦੇਸ਼ ਕਹਿੰਦੇ ਸੀ। ਜਿਹੜਾ ਮਾਲਵਾ ਇੱਥੇ ਵਸੋਂ ਬੋਲੀ ਥੋੜੀ ਹੋਣ ਦੇ ਕਾਰਨ ਤੋਂ ਮਹਾਰਾਜ ਕਹਿੰਦੇ ਜਿਹੜਾ ਜੰਗਲ ਦੇਸ਼ ਹੈ ਭਾਵ ਮਾਲਵਾ, ਇਹਨੂੰ ਜੰਗਲ ਦੇਸ਼ ਹੀ ਆਖਦੇ ਸੀ। ਜੰਗਲ ਦੇਸ਼ ਵਿੱਚ ਜਿਹੜੇ ਬਰਾੜਾਂ ਦੇ ਦੇਸ਼ ਹੋਣਗੇ, ਬਰਾੜਾਂ ਦੇ ਨਗਰ ਹੋਣਗੇ ਵੱਡੇ।
ਤਿਨ ਕੁਲ ਕੋ ਦੈ ਬੇਹਿਤ ਮੰਗਲ। ਉਹ ਬਰਾੜਾਂ ਦੀ ਕੁਲ ਨੂੰ ਮੰਗਲ ਦੇਣ ਵਾਸਤੇ, ਖੁਸ਼ੀਆਂ ਦੇਣ ਵਾਸਤੇ। ਸੰਗਤ ਦਈ ਹੁਤੀ ਜੋ ਅਸ਼ੇਸ਼। ਜਿਹੜੀ ਸੰਗਤ ਬਰਾੜਾਂ ਦੀ ਉਹ ਸਾਰੀ ਅਸੀਂ ਤੁਹਾਨੂੰ ਦਿੱਤੀ ਵਿਸ਼ੇਸ਼ ਕਰਕੇ। ਨਿਤ ਪ੍ਰਿਤ ਮਾਨਹਿ ਸੋ ਸਭ ਦੇਸ਼। ਬਰਾੜਾਂ ਦੇ ਜਿੰਨੇ ਨਗਰ ਹੈ ਨਾ ਮਾਲਵੇ ਵਿੱਚ, ਸਾਰੇ ਹੀ ਭਾਈ ਭਗਤੂ ਜੀ ਤੁਹਾਨੂੰ ਬੜਾ ਮੰਨਿਆ ਕਰਨਗੇ। ਤੁਹਾਡੀ ਬੜੀ ਜਿਹੜੀ ਵਾ ਉਹ ਪੂਜਾ ਪ੍ਰਤਿਸ਼ਠਾ ਕਰਿਆ ਕਰਨਗੇ। ਬਰਾੜਾਂ ਵਿੱਚ ਖਾਲਸਾ ਜੀ ਭਾਈ ਭਗਤੂ ਜੀ ਦਾ ਇੱਧਰ ਬਠਿੰਡੇ ਲਾਗੇ ਜਾ ਕੇ ਵੇਖੋ, ਬਹੁਤ ਸਤਿਕਾਰ ਹੈ ਭਾਈ ਭਗਤੂ ਜੀ ਦਾ। ਭਾਈ ਭਗਤਾ ਭਾਈ ਕਾ ਨਗਰ ਕਿੰਨਾ ਸੋਹਣਾ ਵਸਿਆ। ਤੋ ਇਸ ਤੋਂ ਇਲਾਵਾ ਜਿਹੜੇ ਬਰਾੜਾਂ ਦੇ ਜਿੰਨੇ ਨਗਰ ਨੇ ਨਾ, ਉਹ ਸਾਰੇ ਭਾਈ ਭਗਤੂ ਜੀ ਦਾ ਬੜਾ ਸਤਿਕਾਰ ਕਰਦੇ, ਕਿਉਂ ਮਹਾਰਾਜ ਵਰਦਾਨ ਜੂ ਦੇ ਰਹੇ ਆ ਭਾਈ ਸਾਹਿਬ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਬਰਾੜ ਦੇਸ਼ ਜਿਹੜੇ ਆ ਨਾ, ਜਾਂ ਜੰਗਲ ਦੇਸ਼ ਮਾਲਵੇ ਦੇ ਜਿੰਨੇ ਬਰਾੜ ਤੁਹਾਡਾ ਬੜਾ ਸਤਿਕਾਰ ਕਰਿਆ ਕਰਨਗੇ, ਮੰਨਣਗੇ। ਪੁੱਤਰ ਪੌਤਰ ਕੀ ਮਨਤਾ ਤੈਸੇ। ਤੇ ਜਿਵੇਂ ਤੁਹਾਡੀ ਮਾਨਤਾ ਹੋਵੇਗੀ ਮਾਲਵੇ ਵਿੱਚ, ਉਵੇਂ ਤੁਹਾਡੇ ਪੁੱਤਰ ਪੋਤਰਿਆਂ ਨੂੰ ਭਾਈ ਕੇ ਕਹਿ ਕੇ ਸਤਿਕਾਰਿਆ ਜਾਵੇਗਾ। ਕਰਤ ਰਹੇ ਸ੍ਰੀ ਗੁਰ ਕਹਿ ਜੈਸੇ। ਤੇ ਇਸ ਤਰ੍ਹਾਂ ਜਿਵੇਂ ਮਹਾਰਾਜ ਨੇ ਆਖਿਆ ਸੀ, ਉਹ ਸਾਧ ਸੰਗਤ ਜੀ ਬਚਨ ਪੂਰੇ ਰਹਿ। ਹੁਣ ਤੀਕਰ ਭਾਈਕਿਆਂ ਦਾ ਬੜਾ ਸਤਿਕਾਰ ਹੁੰਦਾ ਹੈ। ਪੁਨ ਭਾਈ ਬਹਿਲੋ ਸੰਗ ਕਹਿਓ। ਤੇ ਇਸ ਤੋਂ ਬਾਅਦ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਗਰੀਬ ਨਵਾਜ ਜੀਆਂ ਨੇ ਭਾਈ ਬਹਿਲੋ ਜੀ ਤੋਂ ਆਦਿਕ ਸਿੱਖਾਂ ਨੂੰ ਫਿਰ ਵਰਦਾਨ ਦੇਣੇ। ਗੁਰੂ ਗਰੀਬ ਨਵਾਜ ਜੀਆਂ ਬੇਅੰਤ ਦਾਤਾਂ ਬਖਸ਼ਿਸ਼ ਕੀਤੀਆਂ ਭਾਈ ਬਹਿਲੋ ਜੀ ਵਰਗੇ ਗੁਰਸਿੱਖਾਂ ਨੂੰ। ਆਖਿਆ ਭਾਈ ਬਹਿਲੋ ਜੀ, ਆ ਮੋਢੇ ਦਾ ਕੱਪੜਾ ਜਿਹੜੀ ਲੋਈ ਆ ਲਾਹ ਕੇ ਪੂਰੀ ਹੇਠਾਂ ਵਿਛਾਓ, ਤੁਹਾਨੂੰ ਕੁਝ ਦਈਏ। ਤੇ ਵਿਛਾ ਕੇ ਕਹਿੰਦੇ ਮਾਰੇ ਕੀ ਦਿਓਗੇ? ਮਾਰੇ ਕਿਤੇ ਜਿੰਨੇ ਭੂਤ ਪ੍ਰੇਤ ਹੋਣਗੇ ਉਹ ਸਾਰੇ ਤੁਹਾਡਾ ਭੈ ਮੰਨਿਆ ਕਰਨਗੇ, ਤੁਹਾਡੀਆਂ ਕੁਲਾਂ ਦੀ ਸਦਾ ਵਾਸਤੇ ਸੇਵਾ ਕਰਿਆ ਕਰਨਗੇ। ਤੋ ਸਾਧ ਸੰਗਤ ਜੀ ਫਿਰ ਮਹਾਰਾਜ ਨੇ ਇਸ ਤਰ੍ਹਾਂ ਦੀ ਦਾਤ ਇਹਨਾਂ ਨੂੰ ਬਖਸ਼ੀ ਸੀ। ਤੇ ਜਿੰਨੇ ਭੂਤ ਪ੍ਰੇਤ ਸਾਰੇ ਹੀ ਫਿਰ ਇਹਨਾਂ ਦਾ ਭੈ ਮੰਨ ਕੇ ਭਾਈ ਬਹਿਲੋ ਦੇ ਨਾਂ ਦੀ ਮੰਨੀ ਵੀ ਦਿੱਤੀ ਜਾਂਦੀ ਹੈ। ਉਹ ਆਟਾ ਤੇ ਜਿਵੇਂ ਮੈਦਾ ਆਦਿਕ ਪਾ ਕੇ, ਕੁਝ ਮਿੱਠਾ ਪਾ ਕੇ, ਗੁੜ ਪਾ ਕੇ ਉਹਨੂੰ ਰਿੰਨ ਕੇ ਜਿਵੇਂ ਰੋਟੀ ਪਕਾ ਕੇ, ਕੋਈ ਘਰੋਂ ਇਸ ਤਰ੍ਹਾਂ ਉਹ ਕੱਲ ਪ੍ਰਸੰਗ ਆ ਹੀ ਜਾਣਾ, ਤੰਗ ਹੋਵੇ, ਛਾਇਆ ਆਦਿ ਕਿਹੋ ਜਿਹਾ ਪਰਛਾਵਾਂ ਕਰੇ ਹੋਵੇ, ਤੇ ਭਾਈ ਬਹਿਲੋ ਜੀ ਵਰਗਿਆਂ ਦੇ ਨਾਮ ਦਾ ਪ੍ਰਸ਼ਾਦਾ ਦੇ ਕਰਕੇ, ਮੰਨੀ ਪਕਾ ਕਰਕੇ। ਇੱਕ ਭਾਈ ਲਾਲੋ ਜੀ ਹੋਏ ਆ ਗੁਰੂ ਅਮਰਦਾਸ ਮਹਾਰਾਜ ਦੇ ਇਤਿਹਾਸ ਵਿੱਚ, ਜਿਨ੍ਹਾਂ ਨੇ ਤਈਆ ਤਾਪ ਕੈਦ ਕੀਤਾ ਸੀ। ਇਹ ਦੋ ਗੁਰਮੁਖ ਪਿਆਰੇ ਹੋਏ ਜਿਨ੍ਹਾਂ ਨੂੰ ਮਹਾਰਾਜ ਨੇ ਇਹ ਵਰਦਾਨ ਦਿੱਤਾ ਸੀ ਕਿ ਜਿੰਨੀਆਂ ਗੁਪਤ ਰੂਹਾਂ ਸ਼ਕਤੀਆਂ ਤੁਹਾਡਾ ਭੈ ਮੰਨਿਆ ਕਰਨਗੀਆਂ। ਤੋ ਇਹਨਾਂ ਦੇ ਫਿਰ ਉਹ ਕੁਲ ਵਿੱਚ ਹੀ ਇਹ ਰਹੀ, ਇਹਨਾਂ ਦਾ ਭੈ ਮੰਨਿਆ ਕਰਨ, ਤਾੜ ਛੱਡੇ। ਫਿਰ 10ਵੇਂ ਪਾਤਸ਼ਾਹ ਨੇ ਜਾ ਕੇ ਉਹ ਸਾਰੇ ਆਜ਼ਾਦ ਕਰਵਾਏ ਸੀ। ਗੁਰੂ ਗਰੀਬ ਨਵਾਜ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਭਗਤੇ ਭਾਈ ਕੇ ਥਾਵੇਂ, ਜਿੱਥੇ ਆ ਭੂਤਾਂ ਵਾਲਾ ਖੂਹ ਖਾਲਸਾ ਜੀ ਅੱਜ ਵੀ ਭਗਤੇ ਵਿੱਚ ਬਣਿਆ, ਉਹ ਕੋਈ ਦਰਸ਼ਨ ਕਰ ਸਕਦਾ। ਇੱਕੋ ਰਾਤ ਵਿੱਚ ਖੂਹ ਚਣਵਾ ਦਿੱਤਾ ਸੀ ਭਾਈ ਭਗਤੂ ਜੀ ਵਰਗਿਆਂ ਨੇ ਲਾ ਕੇ ਇਹਨਾਂ ਨੂੰ। ਉਹ ਸਾਰਾ ਪ੍ਰਸੰਗ ਜਿਵੇਂ ਜਿਵੇਂ ਆਵੇਗਾ ਅੱਗੇ ਆਪਾਂ ਸਰਵਣ ਕਰੀ ਜਾਵਾਂਗੇ। ਜੇ ਸਿੱਖਾਂ ਦੇ ਪ੍ਰਸੰਗ ਕੁਝ ਚੱਲ ਰਹੇ ਆ, ਫਿਰ ਜਦੋਂ ਸਿੱਖਾਂ ਨੂੰ ਕੁਝ ਹੰਕਾਰ ਹੋਇਆ ਵੀ ਅਸੀਂ ਬੜੀ ਸੇਵਾ ਕੀਤੀ ਹੈ, ਵੀ ਅਸੀਂ ਕੋਈ ਆਖੇ ਜੀ ਮੈਂ ਇੰਨੇ ਸਮੇਂ ਟੋਕਰੀ ਢੋਈ, ਮੈਂ ਇਸ ਤਰ੍ਹਾਂ ਇੰਨਾ ਸਮਾਂ ਘਰੇ ਨਹੀਂ ਗਿਆ। ਜਦੋਂ ਹੰਕਾਰ ਆਇਆ ਨਾ ਸਿੱਖਾਂ ਵਿੱਚ, ਮੈਂ ਆਈ ਤੇ ਮਹਾਰਾਜ ਨੂੰ ਮੈਂ ਕਿੱਥੇ ਪਾਉਂਦੀ ਹੈ। ਤੇ ਸੱਚੇ ਪਾਤਸ਼ਾਹ ਜੀਆਂ ਫਿਰ ਇਹਨਾਂ ਦਾ ਹੰਕਾਰ ਦੂਰ ਕਰਨ ਵਾਸਤੇ ਮਹਾਰਾਜ ਕਹਿੰਦੇ ਬਾਬਾ ਬੁੱਢਾ ਜੀ ਇਹਨਾਂ ਨੂੰ ਦੱਸੋ ਖਾਂ ਜਰਾ ਵੀ। ਜਦੋਂ ਗੁਰੂ ਪਰਖਦਾ ਫਿਰ ਵੱਡੇ ਵੱਡੇ ਨਿਕਲ ਜਾਂਦੇ ਆ। ਹੁਣ ਕਹਿੰਦੇ ਅਸੀਂ ਸਿੱਖ ਬੜੇ ਆ। ਫਿਰ ਬਾਬਾ ਬੁੱਢਾ ਸਾਹਿਬ ਜੀ ਉਹ ਸਾਖੀ ਸੁਣਾਈ ਸੀ ਖਾਲਸਾ ਜੀ, ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਪਰਖ ਕੀਤੀ ਸੀ। ਭਾਈ ਭਗੀਰਥ, ਭਾਈ ਸਧਾਰਨ ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਇੱਕ ਅਸੀਂ ਸੀ, ਇੱਕ ਭਾਈ ਲਹਿਣਾ ਸੀ। ਜਦੋਂ ਮਹਾਰਾਜ ਨੇ ਪਰਖ ਕੀਤੀ ਨਾ, ਮੁਰਦਾ ਖਾਣ ਨੂੰ ਆਖਿਆ, ਤੇ ਸੱਚ ਜਾਣਿਓ ਮੇਰੇ ਸਮੇਤ ਅਸੀਂ ਤਿੰਨੇ ਹੀ ਝਾੜੀਆਂ 'ਚ ਵੜ ਗਏ ਸੀ। ਭਾਈ ਲਹਿਣਾ ਇਕੱਲੇ ਹੀ ਖੜੇ ਰਹੇ ਸੀ। ਰਾਮ ਕਸੌਟੀ ਸੋ ਸਹੈ ਜੋ ਮਰਜੀ ਵਾ ਹੋਏ, ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਏ, ਰਾਮ ਕਸੌਟੀ ਸੋ ਸਹੈ ਜੋ ਮਰਜੀ ਵਾ ਹੋਏ। ਗੁਰੂ ਦੀ ਖਾਲਸਾ ਜੀ ਪਰਖ ਜਦੋਂ ਲੈਂਦਾ ਨਾ ਪਰਮੇਸ਼ਰ ਗੁਰੂ, ਤੋਂ ਉਹ ਖਰਾ ਉਤਰਦਾ ਜਿਹੜਾ ਪਹਿਲਾਂ ਹੀ ਮਰਿਆ ਹੋਇਆ, ਜਿਹਦੇ ਵਿੱਚ ਮਾੜੀ ਮੋਟੀ ਮੈਂ ਹੈ ਨਾ, ਮੇਰ ਤੇਰ, ਉਹ ਫਿਰ ਵਿੱਚ ਹੀ ਰਹਿ ਜਾਂਦੇ, ਉਹ ਖਰੇ ਨਹੀਂ ਉਤਰਦੇ। ਫਿਰ ਉੱਥੇ ਹੀ ਜਿਹੜੇ ਵੈ ਢੇਰੀ ਢਾਹ ਜਾਂਦੇ ਆ। ਇਹ ਤਾਂ ਮਰ ਕੇ ਜਿਹੜਾ ਆਪਦੇ ਆਪ ਨੂੰ ਮਰਿਆ ਜਾਣਦਾ, ਪਹਿਲਾਂ ਹੀ ਮਰਿਆ ਹੋਇਆ, ਪਹਿਲਾਂ ਹੀ ਸਿਰ ਗੁਰੂ ਦਾ ਜਾਣਦਾ, ਉਹ ਖਾਲਸਾ ਜੀ ਕਸੌਟੀ ਸਹਿੰਦਾ। ਤੋ ਹੋਈਆਂ ਭੁੱਲਾਂ ਦੀ ਖਿਮਾ। ਅਗਲੀ ਕਥਾ ਅਗਲੇ ਦੀ ਬਾਣ ਵਿੱਚ ਵਿਚਾਰ ਸੁਣ ਲਵਾਂਗੇ। ਆਪ ਦੇ ਦਰ ਹਾਜ਼ਰੇ ਮਹਾਰਾਜ ਪ੍ਰਵਾਨ ਕਰਨ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸੰਗਤ ਦਈ ਹੁਤੀ ਜੋ ਅਸ਼ੇਸ਼, ਨਿਤ ਪ੍ਰਤ ਮਾਨਹਿ ਸੋ ਸਭ ਦੇਸ਼। ਪੁੱਤਰ ਪੌਤਰ ਕੀ ਮਨਤਾ ਤੈਸੇ,
ਕਰਤ ਰਹੇ ਸ੍ਰੀ ਗੁਰ ਕਹਿ ਜੈਸੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।